ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵਉ, ਹਿਰਦੈ ਧਿਆਵਉ। ਸ਼੍ਰੀ ਗੁਰ ਰਾਮਦਾਸ ਗੁਣ ਗਾਵਉ, ਸ਼੍ਰੀ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਾਰੋਂ ਤਾਰਾ ਭਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਧਾ, ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਆਏ ਲੋਕ ਸਭ ਬੂਝਤ ਭਏ। ਤੁਮ ਤੋ ਜਵਾਲਾ ਪਰਸਨ ਗਏ। ਕਿਉ ਮਾਰਗ ਤੇ ਹਟ ਕਰ ਆਏ। ਨਿਜ ਬਿਰਥਾ ਸਭ ਦੇਹੋ ਬਤਾਏ। ਆਏ ਲੋਕ ਸਭ ਬੂਝਤ ਭਏ। ਤੁਮ ਤੋ ਜਵਾਲਾ ਪਰਸਨ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਿਕ ਹਲਤ ਪਲਤ ਕੇ ਰਖਿਅਕ ਵਾਲੀਏ ਦੋ ਜਹਾਨ। ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ
ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਇਤਿਹਾਸ ਸਰਵਣ ਕਰਨਾ ਕੀਤਾ ਸੀ। ਇੱਥੋਂ ਤੱਕ ਜੋ ਕਥਾ ਆਈ ਹੈ, ਪਰਸੋਂ ਤੱਕ ਜੋ ਆਪ ਜੀਆਂ ਨੇ ਸਰਵਣ ਕਰਨਾ ਕੀਤਾ, ਉਹਦਾ ਸਿਰਲੇਖ ਸੀ ਸ਼੍ਰੀ ਬਾਲਾ ਸੰਧੁਰ ਵਾਚ। ਉਹ ਸਾਰੀ ਕਥਾ ਜੋ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ, ਕਿਉਂਕਿ ਕਈਆਂ ਦੇ ਮਨ ਦੇ ਵਿੱਚ ਇੱਕਦਮ ਪਿਆਰਿਓ ਪ੍ਰਕਰਣ ਜਿਹੜਾ ਹੈ ਇੱਕਦਮ ਬਦਲ ਗਿਆ। ਕਈਆਂ ਦੇ ਮਨ ਵਿੱਚ ਥੋੜਾ ਜਿਹਾ ਸ਼ੰਕਾ ਹੋ ਰਿਹਾ ਸੀ ਕਿ ਇਹ ਕਥਾ ਕਿਸ ਤਰ੍ਹਾਂ ਇੱਕਦਮ ਇਹ ਹੋਈ ਹੈ, ਤੇ ਉਹਨਾਂ ਨੂੰ ਕਹਿਣ ਵਾਸਤੇ, ਬੇਨਤੀ ਕਰਨ ਵਾਸਤੇ, ਕਿਉਂਕਿ ਜਦੋਂ ਇਹ ਇਤਿਹਾਸ ਦੀ ਆਰੰਭਤਾ ਹੋਈ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਕਥਾ ਦੀ, ਪਹਿਲਾ ਜੋ ਅਧਿਆਇ ਆਰੰਭ ਹੋਇਆ ਸੀ ਨਾਨਕ ਪ੍ਰਕਾਸ਼ ਦਾ, ਉਹਦੇ ਵਿੱਚ ਇਹ ਕਥਾ ਆਈ ਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਸ਼ੁਭਾਇਮਾਨ ਹਨ। ਤੇ ਉਸ ਵੇਲੇ ਕਿਉਂਕਿ ਆਪ ਜੀਆਂ ਨੇ ਸਰਵਣ ਕਰਨਾ ਕੀਤਾ ਸੀ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਕਰਤਾਰਪੁਰ ਦੇ ਵਿੱਚ ਮਹਾਰਾਜ ਜੀ ਨੇ ਪੱਕਾ ਡੇਰਾ ਕਰਨਾ ਕੀਤਾ ਤੇ ਕੁਛ ਕੋ ਸਮਾਂ ਭਾਈ ਬਾਲਾ ਜੀ ਇੱਥੇ ਰਹੇ। ਫਿਰ ਸਤਿਗੁਰੂ ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਕੇ ਉਹ ਆਪਣੇ ਨਗਰ ਤਲਵੰਡੀ ਚੱਲ ਗਏ ਤੇ ਤਲਵੰਡੀ ਜਾ ਕਰਕੇ ਉਹਨਾਂ ਨੇ ਆਪਣਾ ਬਾਕੀ ਦਾ ਜੋ ਸਮਾਂ ਹੈ, ਆਪਾਂ ਕਹਿ ਨਹੀਂ ਸਕਦੇ ਹਾਂ, ਉਹਦੇ ਵਿੱਚ 7, 8 ਜਾਂ 10, 12 ਸਾਲ ਵੀ ਹੋ ਸਕਦੇ ਹਨ। ਉਹ ਸਮਾਂ ਜਿਹੜਾ ਹੈ ਭਾਈ ਬਾਲਾ ਜੀ ਉਹਨਾਂ ਨੇ ਆਪਣੇ ਨਗਰ ਤਲਵੰਡੀ ਦੇ ਵਿੱਚ ਰਹਿ ਕਰਕੇ ਬਤੀਤ ਕਰਨਾ ਕੀਤਾ। ਤੇ ਜਦੋਂ ਉਹਨਾਂ ਨੂੰ ਪਤਾ ਚੱਲਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਤੀ ਜੋਤ ਸਮਾ ਗਏ, ਤੇ ਫਿਰ ਸਤਿਗੁਰੂ ਮਹਾਰਾਜ ਜੀ ਦੇ ਉੱਥੇ ਦਰਸ਼ਨ ਕਰਨ ਵਾਸਤੇ, ਤੇ ਜਦੋਂ ਪਤਾ ਚੱਲਿਆ ਭਾਈ ਬਾਲਾ ਜੀ ਆਏ ਹਨ ਕਰਤਾਰਪੁਰ ਸਾਹਿਬ ਦੇ ਵਿੱਚ, ਤੇ ਕਰਤਾਰਪੁਰ ਸਾਹਿਬ ਦੇ ਵਿੱਚ ਆ ਕਰਕੇ ਤੇ ਉੱਥੇ ਫਿਰ ਸਾਰੇ ਪਰਿਵਾਰ ਨੂੰ ਮਿਲਣਾ ਕੀਤਾ। ਫਿਰ ਜਦੋਂ ਭਾਈ ਬਾਲਾ ਜੀ ਨੇ ਪਰਿਵਾਰ ਦੇ ਮੈਂਬਰਾਂ ਨੂੰ ਪੁੱਛਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦੂਜਾ ਗੁਰੂ ਕਿਹਨੂੰ ਥਾਪਣਾ ਕੀਤਾ, ਤਾਂ ਫਿਰ ਸਾਰਿਆਂ ਨੇ ਕਿਹਾ ਕਿ ਹੁਣ ਦੂਜੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਹਨ। ਤੇ ਪਿਆਰਿਓ, ਮਹਾਰਾਜ ਜੀ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਜਦੋਂ ਗੁਰਤਾ ਗੱਦੀ ਅਰਪਣ ਕੀਤੀ ਤੇ ਨਾਲ ਹੀ ਕਹਿ ਦਿੱਤਾ, ਪੁਰਖਾ ਆਪ ਜੀ ਹੁਣ ਕਰਤਾਰਪੁਰ ਦੇ ਵਿੱਚ ਨਹੀਂ ਰਹਿਣਾ, ਤੇ ਆਪ ਜੀ ਜਾ ਵਿੱਚ, ਤੇ ਇਤਿਹਾਸ ਵਿੱਚ ਵੀ ਬਚਨ ਆਉਂਦਾ। ਤੇ ਫਿਰ ਗੁਰਬਾਣੀ ਦੇ ਵਿੱਚ ਵੀ ਇਹ ਪ੍ਰਮਾਣ ਸਾਨੂੰ ਪ੍ਰਾਪਤ ਹੁੰਦਾ ਕਿ ਭਾਈ ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ, ਜਬ ਤਬ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ, ਲੱਭ ਬਿਨਾ ਹੈ ਬਾ ਮਾਨਸਾ ਜਿਉ ਪਾਣੀ ਬੂਰ, ਵਰੀਆ ਦਰਗਹਿ ਗੁਰੂ ਕੀ ਕੁਦਰਤੀ ਨੂਰ। ਸਤਿਗੁਰੂ ਮਹਾਰਾਜ ਫਿਰ ਖਡੂਰ ਸਾਹਿਬ ਦੇ ਵਿੱਚ ਆ ਕਰਕੇ ਫਿਰ ਭਾਈ ਬਾਲਾ ਜੀ ਉੱਥੋਂ ਚੱਲ ਕਰਕੇ ਕਰਤਾਰਪੁਰ ਸਾਹਿਬ ਤੋਂ ਚੱਲ ਕਰਕੇ ਖਡੂਰ ਸਾਹਿਬ ਪਹੁੰਚਦੇ ਹਨ। ਤੇ ਖਡੂਰ ਸਾਹਿਬ ਪਹੁੰਚ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਜਦੋਂ ਦਰਸ਼ਨ ਕਰਨੇ ਕੀਤੇ ਤੇ ਸਤਿਗੁਰੂ ਮਹਾਰਾਜ ਜੀ ਨੇ ਪੁੱਛਿਆ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ, ਕਿਉਂਕਿ ਨਾਮ ਕਰਕੇ ਤਾਂ ਪਹਿਚਾਣਦੇ ਸਨ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦੋ ਸਿੱਖ ਹੋਏ, ਅਨਿੰਨ ਸਿੱਖ, ਇੱਕ ਜਿਹੜਾ ਭਾਈ ਬਾਲਾ ਤੇ ਦੂਜਾ ਭਾਈ ਮਰਦਾਨਾ। ਇਹਨਾਂ ਨੇ ਬਹੁਤ ਲੰਬਾ ਸਮਾਂ ਰਹਿ ਕਰਕੇ ਮਹਾਰਾਜ ਜੀ ਦੀ ਸੇਵਾ ਕਰਨੀ ਕੀਤੀ, ਤੇ ਇਹ ਵੀ ਪਤਾ ਸੀ ਕਿ ਮਹਾਰਾਜ ਜੀ ਦੀ ਹਯਾਤੀ ਦੇ ਵਿੱਚ ਹੀ, ਮਹਾਰਾਜ ਜੀ ਦੇ ਰਹਿੰਦਿਆਂ ਹੀ ਭਾਈ ਮਰਦਾਨਾ ਜੀ ਉਹ ਚਲਾਣਾ ਕਰ ਗਏ, ਤੇ ਭਾਈ ਬਾਲਾ ਜੀ ਹਾਲੇ ਵੀ ਮੌਜੂਦ ਹਨ। ਲੇਕਿਨ ਇਸ ਤੋਂ ਪਹਿਲੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਭਾਈ ਬਾਲੇ ਦੇ ਦਰਸ਼ਨ ਨਹੀਂ ਕਰਨੇ ਕੀਤੇ ਸਨ, ਕਿਉਂਕਿ ਜਦੋਂ ਭਾਈ ਬਾਲਾ ਜੀ ਤਲਵੰਡੀ ਦੇ ਵਿੱਚ ਆ ਗਏ ਤੇ ਉਸ ਤੋਂ ਬਾਅਦ ਹੀ ਭਾਈ ਲੈਣਾ ਜੀ, ਭਾਵ ਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਕਰਤਾਰਪੁਰ ਸਾਹਿਬ ਦੇ ਵਿੱਚ ਪਹੁੰਚਦੇ ਹਨ। ਤੇ ਜਦੋਂ ਜਾ ਕਰਕੇ ਉੱਥੇ ਨਤਮਸਤਕ ਹੋਣਾ ਕੀਤਾ ਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਕਿਹਾ ਕਿ ਪੁਰਖਾ ਆਪਣਾ ਨਾਮ ਤਾਂ ਦੱਸਣਾ ਕਰੋ ਤੇ ਤੁਹਾਡਾ ਗੁਰੂ ਕੌਣ ਹੈ। ਜਦੋਂ ਇਹ ਪੁੱਛਿਆ, ਭਾਈ ਬਾਲੇ ਨੇ ਕਿਹਾ ਕਿ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਮੇਰਾ ਗੁਰੂ ਹੈ ਉਹ ਸਤਿਗੁਰ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਰੇ ਗੁਰੂ ਹਨ।
ਤੇ ਨਾਮ ਜਦੋਂ ਪੁੱਛਿਆ ਤੇ ਉਹਨਾਂ ਨੇ ਉਚਾਰਨ ਕੀਤਾ, ਮੇਰਾ ਨਾਮ ਭਾਈ ਬਾਲਾ ਹੈ, ਭਾਈ ਬਾਲਾ। ਜਦੋਂ ਇਹ ਨਾਮ ਕੰਨਾਂ ਦੇ ਵਿੱਚ ਪਿਆ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਉੱਠ ਕੇ ਖੜ ਗਏ ਤੇ ਭਾਈ ਬਾਲੇ ਨੂੰ ਗਲਵਕੜੀ ਲੈਣਾ ਕੀਤਾ, ਬੜਾ ਸਤਿਕਾਰ ਕੀਤਾ, ਆਪਣੇ ਨਾਲ ਹੀ ਉਹਨਾਂ ਨੂੰ ਬਿਠਾਇਆ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਕਿਹਾ, ਭਾਈ ਬਾਲਾ ਜੀ, ਆਪ ਜੀ ਇੰਨਾ ਲੰਬਾ ਸਮਾਂ ਸਤਿਗੁਰੂ ਮਹਾਰਾਜ ਜੀ ਨੇ ਮਹਾਰਾਜ ਜੀ ਦੇ ਨਾਲ ਰਹਿ ਕਰਕੇ ਬਤੀਤ ਕਰਨਾ ਕੀਤਾ। ਚਲੋ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਕਿਰਪਾ ਕਰੋ ਸਤਿਗੁਰੂ ਮਹਾਰਾਜ ਜੀ ਦੇ ਜੀਵਨ ਦੇ ਬਾਬਤ ਆਪ ਜੀ ਚਾਨਣਾ ਪਾਉਣਾ ਕਰੋ, ਉਹਨਾਂ ਦੇ ਬਾਬਤ ਸਾਨੂੰ ਦੱਸੋ। ਤਾਂ ਭਾਈ ਬਾਲੇ ਨੇ ਇਹ ਸਾਰੀ ਜੋ ਕਥਾ ਹੁਣ ਤੱਕ ਆਪ ਜੀਆਂ ਨੇ ਸਰਵਣ ਕੀਤਾ ਨਾ, ਇਹ ਸਾਰੀ ਕਥਾ ਭਾਈ ਬਾਲਾ ਜੀ ਨੇ ਉਚਾਰਨ ਕੀਤਾ। ਉਹਨਾਂ ਨੇ ਇਹ ਕਥਾ ਨੂੰ ਦੱਸਣਾ ਕੀਤਾ ਤੇ ਇੱਥੋਂ ਤੱਕ ਜਦੋਂ ਤੱਕ ਉਹ ਇੱਥੇ ਸਤਿਗੁਰੂ ਮਹਾਰਾਜ ਜੀ ਤੋਂ ਵਿਦਾ ਲੈ ਕਰਕੇ ਤਲਵੰਡੀ ਚੱਲ ਗਏ, ਉੱਥੋਂ ਤੱਕ ਉਹਨਾਂ ਨੇ ਸਰਵਣ ਕਰਾ ਦਿੱਤਾ ਸਾਰਾ ਇਤਿਹਾਸ ਤੇ ਕਹਿਣ ਲੱਗੇ, ਮਹਾਰਾਜ ਮੈਨੂੰ ਮੋਕੋ ਇਤੀ ਹੁਤੀ ਕਹਿ ਸੁਧੰ, ਮੈਨੂੰ ਤਾਂ ਇੰਨੀ ਕੋ ਸੁਧ ਸੀ, ਇੰਨੀ ਕੋ ਸੋਧੀ ਸੀ, ਬਾਕੀ ਦੀ ਜੋ ਕਥਾ ਮਹਾਰਾਜ ਇਹ ਆਪ ਜੀ ਜਾਣਦੇ ਹੋ, ਕਿਉਂਕਿ ਮੈਂ ਇੱਥੋਂ ਤਲਵੰਡੀ ਚੱਲ ਗਿਆ, ਉਸ ਤੋਂ ਬਾਅਦ ਆਪ ਜੀ ਦਾ ਆਗਮਨ ਜਿਹੜਾ ਕਰਤਾਰਪੁਰ ਸਾਹਿਬ ਦੇ ਵਿੱਚ ਹੋਇਆ ਤੇ ਭਾਈ ਬਾਲੇ ਨੇ ਆਗਿਆ ਮੰਗੀ, ਇਜਾਜ਼ਤ ਮੰਗਣੀ ਕੀਤੀ, ਕਿਰਪਾ ਕਰੋ ਸਤਿਗੁਰੂ ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਹੁਣ ਜਾਵਾਂ ਆਪਣੇ ਨਗਰ ਤਲਵੰਡੀ ਦੇ ਵਿੱਚ ਤੇ ਲੱਗਦਾ ਮੇਰਾ ਅੰਤ ਦਾ ਸਮਾਂ ਵੀ ਲਾਗੇ ਆ ਗਿਆ, ਉੱਥੇ ਜਾ ਕਰਕੇ ਪਰਿਵਾਰ ਦੇ ਵਿੱਚ ਮੈਂ ਆਪਣੇ ਤਨ ਦਾ ਤਿਆਗ ਕਰਨਾ ਕਰਾਂ। ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਕਿਹਾ ਕਿ ਭਾਈ ਬਾਲਾ ਜੀ, ਤੁਹਾਡੇ 2 ਮਹੀਨੇ ਹਾਲੇ ਰਹਿੰਦੇ ਹਨ ਤੇ 2 ਮਹੀਨੇ ਦੇ ਬਾਅਦ ਤੁਹਾਡਾ ਜੀਵਨ ਸਮਾਪਤ ਹੋ ਜਾਵੇਗਾ। ਜਦੋਂ ਇਹ ਗੱਲ ਦਾ ਪਤਾ ਚੱਲਿਆ, ਭਾਈ ਬਾਲਾ ਜੀ ਕਹਿਣ ਲੱਗੇ, ਮਹਾਰਾਜ 2 ਮਹੀਨੇ ਫਿਰ ਮੈਂ ਪਰਿਵਾਰ ਦੇ ਵਿੱਚ ਜਾ ਕਰਕੇ ਕੀ ਕਰਨਾ ਕਰਾਂ, ਮੈਂ ਇੱਥੇ ਰਵਾਂ, ਆਪ ਜੀ ਦੀ ਸੇਵਾ ਕਰਨਾ ਕਰਾਂ, ਤੁਹਾਡੇ ਦਰਸ਼ਨ ਕਰਦੇ ਕਰਦੇ ਜੇ ਮੇਰੇ ਪ੍ਰਾਣ ਨਿਕਲ ਜਾਣਗੇ ਤਾਂ ਮਹਾਰਾਜ ਮੇਰਾ ਜੀਵਨ ਸਫਲਾ ਹੋ ਜਾਵੇਗਾ, ਮੈਂ ਧਨਤਾ ਦੇ ਯੋਗ ਹੋ ਜਾਵਾਂਗਾ। ਇਹ ਬਚਨ ਕਰਕੇ ਮਹਾਰਾਜ ਜੀ ਨੇ ਫਿਰ ਭਾਈ ਬਾਲਾ ਜੀ ਨੂੰ ਖਡੂਰ ਸਾਹਿਬ ਦੇ ਵਿੱਚ ਰੱਖ ਲਿਆ ਤੇ ਉੱਥੇ 2 ਮਹੀਨਾ ਬਤੀਤ ਕਰਕੇ ਜਦੋਂ ਭਾਈ ਬਾਲੇ ਦਾ ਪਤਾ ਚੱਲ ਗਿਆ ਕਿ ਹੁਣ ਭਾਈ ਮੇਰਾ ਜੀਵਨ ਸਮਾਪਤ ਹੈ, ਉਸ ਵੇਲੇ ਆਪ ਸਤਿਗੁਰੂ ਮਹਾਰਾਜ ਜੀ ਕੋਲ ਜਾ ਕਰਕੇ ਮੱਥਾ ਟੇਕਣਾ ਕੀਤਾ, ਫਿਰ ਸੋਹਣੀ ਵਿਛਾਈ ਕਰਕੇ ਲੇਟ ਗਏ, ਉੱਤੋਂ ਚਾਦਰਾ ਜਿਹੜਾ ਤਾਣ ਲਿਆ ਤੇ ਆਪਣੇ ਸਰੀਰ ਦਾ ਤਿਆਗ ਕਰ ਦਿੱਤਾ। ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਭਾਈ ਬਾਲੇ ਦਾ ਅਨਪਣ ਜਿਹੜਾ ਹਾਲੇ ਵੀ ਖਡੂਰ ਸਾਹਿਬ ਦੇ ਵਿੱਚ ਮੌਜੂਦ ਹੈ। ਇਸ ਤਰ੍ਹਾਂ ਫਿਰ ਅਗਲੀ ਜੋ ਕਥਾ ਹੁਣ ਕੱਲ ਤੋਂ ਜੋ ਆਪ ਜੀ ਸਰਵਣ ਕਰ ਰਹੇ ਹੋ, ਫਿਰ ਸਿੱਖਾਂ ਨੇ ਬੇਨਤੀ ਕੀਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਕਿ ਕਿਰਪਾ ਕਰੋ ਸਤਿਗੁਰੂ ਮਹਾਰਾਜ, ਭਾਈ ਬਾਲਾ ਉਹਨਾਂ ਨੂੰ ਜਿੰਨਾ ਪਤਾ ਸੀ ਉਹ ਤਾਂ ਆਪ ਜੀ ਨੇ ਕਹਿ ਦਿੱਤਾ, ਉਹਨਾਂ ਨੇ ਕਹਿ ਦਿੱਤਾ ਤੇ ਇਹ ਸਾਰਾ ਇਤਿਹਾਸ ਜਿਹੜਾ ਸਤਿਗੁਰੂ ਮਹਾਰਾਜ ਕਲਮ ਬੰਦ ਕਰਵਾ ਰਹੇ ਸਨ, ਇਹਨੂੰ ਲਿਖਵਾ ਰਹੇ ਸਨ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਹੁਣ ਆਪ ਜੀ ਆਪਣਾ ਇਤਿਹਾਸ ਦੱਸਣਾ ਕਰੋ, ਮਹਾਰਾਜ ਜੀ ਦੇ ਬਾਬਤ ਤੇ ਕਥਾ ਕਹਾਣੀਆਂ ਜੋ ਹੈ ਸਾਖੀਆਂ ਦੱਸਣਾ ਕਰੋ। ਤਾਂ ਇੱਥੋਂ ਪਿਆਰਿਓ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜੋ ਸਾਖੀ ਹੈ ਉਹਨਾਂ ਨੇ ਉਚਾਰਨ ਕਰਨਾ ਕੀਤਾ ਤੇ ਆਪਣੇ ਬਾਬਤ ਵੀ ਦੱਸਿਆ ਕਿ ਉਹਨਾਂ ਦਾ, ਜੇ ਪਿਆਰਿਓ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਅਸਥਾਨ ਆਪਾਂ ਵੇਖਦੇ ਹਾਂ, ਮੁਕਤਸਰ ਸਾਹਿਬ ਤੋਂ ਲਾਗੇ ਉੱਥੋਂ 3-4 ਕਿਲੋਮੀਟਰ ਦੀ ਵਿੱਥ ਦੇ ਉੱਤੇ ਤੇ ਉੱਥੇ ਨਾਗੇ ਤੋਂ ਆਪ ਜੀ ਜਾਓ ਮੁਕਤਸਰ ਸਾਹਿਬ ਦੇ ਵਿੱਚ ਦਰਸ਼ਨ ਕਰਨ ਵਾਸਤੇ, ਉੱਥੋਂ ਜ਼ਿਆਦਾ ਦੂਰ ਨਹੀਂ ਹੈ, 4-5 ਕਿਲੋਮੀਟਰ ਦੀ ਵਿੱਥ ਦੇ ਉੱਤੇ ਜਿੱਥੇ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਹੋਇਆ ਸੀ, ਉਹ ਪਾਵਨ ਅਸਥਾਨ ਹਾਲੇ ਵੀ ਉੱਥੇ ਮੌਜੂਦ ਹੈ। ਫਿਰ ਬਿਲੋਚਾਂ ਨੇ ਤੇ ਉਹਨਾਂ ਨੇ ਫਿਰ ਧਾੜਵੀਆਂ ਨੇ ਧਾੜ ਮਾਰਨੀ ਕੀਤੀ, ਉਹ ਸਾਰਾ ਨਗਰ ਜਿਹੜਾ ਉਜੜ ਗਿਆ। ਫਿਰ ਸਤਿਗੁਰੂ ਗੁਰੂ ਅੰਗਦ ਰਾਜ ਜੀ ਦੇ ਜੋ ਸਹੁਰੇ ਪਰਿਵਾਰ ਵਾਲੇ ਸਨ, ਉਹ ਖਡੂਰ ਦੇ ਵਿੱਚ ਰਿਹਾ ਕਰਦੇ ਤੇ ਸਹੁਰੇ ਪਰਿਵਾਰ ਨੇ ਜਦੋਂ ਬੇਨਤੀ ਕੀਤੀ, ਕਿਉਂਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਚੰਗਾ ਸਰਮਾਇਆ ਸੀ, ਬਹੁਤ ਵੱਡਾ ਉਹਨਾਂ ਦਾ ਕਾਰੋਬਾਰ ਸੀ, ਸਹੁਰੇ ਪਰਿਵਾਰ ਨੇ ਜਦੋਂ ਉਹਨਾਂ ਨੂੰ ਕਿਹਾ ਤਾਂ ਸਤਿਗੁਰੂ ਮਹਾਰਾਜ ਆਪ ਚੱਲ ਕਰਕੇ ਪਰਿਵਾਰ ਦੇ ਨਾਲ
ਆਪਣੇ ਸਹੁਰੇ ਨਗਰ ਖਡੂਰ ਸਾਹਿਬ ਦੇ ਵਿੱਚ ਆ ਕਰਕੇ ਸਤਿਗੁਰੂ ਮਹਾਰਾਜ ਵਸ ਗਏ। ਉੱਥੇ ਰਹਿ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਬੇਅੰਤ ਚੋਜ ਭਾਵ ਕੇ ਉਹਨਾਂ ਨੇ ਆਪਣਾ ਕਾਰ ਵਿਹਾਰ ਸਾਹਮਣਾ ਕੀਤਾ। ਤੇ ਗੁਰ ਅੰਗਦ ਦੇਵ ਜੀ ਮਹਾਰਾਜ ਜੀ ਦੇ ਪਰਿਵਾਰ ਵਾਲੇ ਜੋ ਹਨ ਉਹ ਜੋ ਹੈ ਜੋਤਾਂ ਵਾਲੀ ਦੇਵੀ ਜਿਹਨੂੰ ਬੋਲਦੇ ਹਨ, ਤੇ ਉਹਨਾਂ ਦੇ ਉਹ ਉਪਾਸ਼ਕ ਸਨ। ਅੱਜ ਵੀ ਆਪ ਜੀ ਜਾਓ ਕਾਂਗੜਾ ਆਦਿਕ ਇਹਨਾਂ ਇਲਾਕਿਆਂ ਦੇ ਵਿੱਚ, ਪਹਾੜੀ ਇਲਾਕੇ ਦੇ ਵਿੱਚ, ਉੱਥੇ ਦੇਵੀ ਦਾ ਮੰਦਿਰ ਹੈ, ਜੋਤਾਂ ਵਾਲੀ ਦੇਵੀ ਜਿਹਨੂੰ ਬੋਲਦੇ ਹਨ। ਤੇ ਨੈਣਾ ਦੇਵੀ ਹੈ ਇੱਥੇ ਅਨੰਦਪੁਰ ਸਾਹਿਬ ਦੇ ਲਾਗੇ, ਤੇ ਇਹਨੂੰ ਜੋਤਾਂ ਵਾਲੀ ਦੇਵੀ ਦੇ ਇਹ ਉਪਾਸ਼ਕ ਸਨ। ਤੇ ਪਿਤਾ ਜੀ ਕੀ ਕਰਿਆ ਕਰਦੇ, ਹਰ ਸਾਲ ਜਦੋਂ ਉੱਥੇ ਮੇਲਾ ਲੱਗਦਾ ਸੀ ਤੇ ਉੱਥੇ ਫਿਰ ਸੰਗਤਾਂ ਨੂੰ ਲੈ ਕਰਕੇ, ਆਮ ਲੋਕਾਂ ਨੂੰ ਲੈ ਕਰਕੇ ਇੱਕ ਬਹੁਤ ਵੱਡਾ ਸੰਗ ਜਥਾ ਬਣਾ ਕਰਕੇ, ਤੇ ਨਾਲ ਕਿਉਂਕਿ ਅਜੋਕੇ ਜ਼ਮਾਨੇ ਦੇ ਵਿੱਚ ਸਾਧਨ ਬਹੁਤ ਵਧੀਆ ਹੋ ਗਏ, ਟ੍ਰੇਨ ਹੋ ਗਿਆ, ਮੋਟਰ ਗੱਡੀਆਂ ਦੇ ਵਿੱਚ ਆਪਾਂ ਜਾਂਦੇ ਹਾਂ। ਪਹਿਲੇ ਜ਼ਮਾਨੇ ਦੇ ਵਿੱਚ ਪਿਆਰਿਓ ਜੇ ਲੰਬਾ ਸਫ਼ਰ ਤੈਅ ਕਰਨਾ ਹੁੰਦਾ ਤਾਂ ਫਿਰ ਆਮ ਜੋ ਸੰਗਤਾਂ ਹੁੰਦੀਆਂ ਉਹ ਸੰਗ ਬਣਾ ਕਰਕੇ, ਉਹ ਆਪਣੇ ਜਥੇ ਬਣਾ ਕਰਕੇ ਜਾਇਆ ਕਰਦੇ। ਤੇ ਇਹ ਜਥੇ ਦੇ ਮੁਖੀ ਸਨ ਬਾਬਾ ਫੇਰੂ ਮਲ ਜੀ। ਤੇ ਬਾਬਾ ਫੇਰੂ ਮਲ ਜੀ ਕੀ ਕਰਿਆ ਕਰਦੇ, ਆਸ-ਪਾਸ ਦੇ ਇਲਾਕੇ ਦੇ ਜਿੰਨੇ ਵੀ ਲੋਕ ਹਨ ਉਹਨਾਂ ਨੂੰ ਲੈ ਕਰਕੇ ਦੇਵੀ ਦੇ ਦਰਸ਼ਨ ਕਰਨ ਵਾਸਤੇ, ਜੋਤਾਂ ਵਾਲੀ ਦੇਵੀ ਹੈ, ਤੇ ਉੱਥੇ ਦਰਸ਼ਨ ਕਰਨ ਵਾਸਤੇ ਲੈ ਕੇ ਜਾਇਆ ਕਰਦੇ। ਇੱਕ ਦਿਨ ਫਿਰ ਜਦੋਂ ਬਾਬਾ ਫੇਰੂ ਮਲ ਜੀ ਚਲਾਣਾ ਕਰ ਗਏ, ਉਸ ਤੋਂ ਬਾਅਦ ਇਹ ਜਿੰਮਾ ਜਿਹੜਾ ਹੈ ਭਾਈ ਲੈਣੇ ਨੂੰ ਪ੍ਰਾਪਤ ਹੋਇਆ, ਭਾਵ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਭਾਈ ਲੈਣਾ ਜੀ ਉਹਨਾਂ ਦਾ ਪਹਿਲੇ ਦਾ ਨਾਮ ਹੈ। ਤੇ ਭਾਈ ਲੈਣਾ ਜੀ ਫਿਰ ਸੰਗਤਾਂ ਨੂੰ ਲੈ ਕਰਕੇ ਉਹ ਹਰ ਸਾਲ ਤੀਰਥ ਯਾਤਰਾ ਕਰਨ ਵਾਸਤੇ, ਜੋਤਾਂ ਵਾਲੀ ਜੋ ਦੇਵੀ ਹੈ ਉੱਥੇ ਸੰਗਤਾਂ ਨੂੰ ਲੈ ਕੇ ਜਾਇਆ ਕਰਦੇ ਸਨ। ਇੱਕ ਦਿਨ ਪਿਆਰਿਓ ਭਾਈ ਲੈਣਾ ਜੀ ਆਪਣੇ ਦੁਕਾਨ ਦੇ ਵਿੱਚ ਬੈਠੇ ਹੋਏ ਹਨ, ਕਾਰੋਬਾਰ ਕਰ ਰਹੇ। ਇੱਕ ਗੁਰੂ ਕਾ ਸਿੱਖ ਜਿਹੜਾ ਹੈ ਜਿਹਦਾ ਨਾਮ ਇਤਿਹਾਸ ਦੇ ਵਿੱਚ ਭਾਈ ਜੋਧ ਕਰਕੇ ਆਉਂਦਾ, ਤੇ ਜਦੋਂ ਆਪਾਂ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਪੜ੍ਹਦੇ ਹਾਂ ਉਹਦੇ ਵਿੱਚ ਵੀ ਸਿੱਖਾਂ ਦੇ ਨਾਮਾਂ ਦੇ ਵਿੱਚ ਭਾਈ ਜੋਧ ਦਾ ਨਾਮ ਭਾਈ ਗੁਰਦਾਸ ਸਾਹਿਬ ਜੀ ਨੇ ਵਰਣਨ ਕਰਨਾ ਕੀਤਾ। ਮਹਾਰਾਜ ਜੀ ਦਾ ਸਿੱਖ ਸੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਹੁਤ ਸਾਰੀ ਬਾਣੀ ਨੂੰ ਉਹਨੇ ਲਿਖਣਾ ਕੀਤਾ, ਤੇ ਸਦਾ ਹੀ ਸਤਿਗੁਰੂ ਮਹਾਰਾਜ ਜੀ ਦੇ ਸ਼ਬਦਾਂ ਦਾ ਉਹ ਗਾਇਨ ਕਰਦਾ। ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਜਦੋਂ ਜਾਂਦੇ ਹਨ ਤੇ ਕਿਤੇ ਵੀ ਬਹਿੰਦੇ ਉੱਚੀ ਉੱਚੀ ਆਵਾਜ਼ ਦੇ ਵਿੱਚ ਬਾਣੀ ਦਾ ਗਾਇਨ ਕਰਨਾ ਹੈ, ਉੱਚੀ ਆਵਾਜ਼ ਦੇ ਵਿੱਚ ਸ਼ਬਦਾਂ ਦਾ ਪਾਠ ਕਰਨਾ। ਇੱਕ ਦਿਨ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਵ ਕੇ ਭਾਈ ਲੈਣਾ ਜੀ ਆਪਣੀ ਦੁਕਾਨ ਦੇ ਵਿੱਚ ਬੈਠੇ ਹੋਏ ਹਨ, ਤੇ ਭਾਈ ਜੋਧ ਉੱਥੇ ਆਇਆ ਕੋਈ ਕੰਮ ਵਾਸਤੇ, ਤੇ ਉਹਨੇ ਆਸਾ ਦੀ ਵਾਰ ਦੀ ਇੱਕ ਪੌੜੀ ਜਿਹੜੀ ਹੈ ਉਹਦਾ ਜਾਪ ਕਰਨਾ ਕੀਤਾ, ਭਾਵ ਕਿ ਉੱਚੀ ਆਵਾਜ਼ ਦੇ ਵਿੱਚ ਉਹ ਸ਼ਬਦ ਦਾ ਗਾਇਨ ਕਰ ਰਿਹਾ ਸੀ ਕਿ ਜਿਤ ਸੇਵੀਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ, ਸਾ ਕਾਲ ਬੁਰੀ ਕਿਉਂ ਘਾਲੀਐ। ਮੰਦਾ ਮੂਲ ਨਾ ਕੀਚਈ, ਜੇ ਦੇ ਲੰਬੀ ਨਦਰ ਨਿਹਾਲੀਐ। ਜਿਉ ਸਾਹਿਬ ਨਾਲ ਨਾ ਹਾਰੀਐ, ਤੇ ਵੇਹਾ ਪਾਸਾ ਢਾਲੀਐ। ਕਿਛ ਲਾਹੈ ਉੱਪਰ ਘਾਲੀਐ। ਇਹ ਪੌੜੀ ਦਾ ਜਦੋਂ ਉਹਨਾਂ ਨੇ ਜਾਪ ਕਰਨਾ ਕੀਤਾ, ਪਾਠ ਕਰਨਾ ਕੀਤਾ, ਇਹ ਪਾਠ ਨੂੰ ਸੁਣ ਕਰਕੇ, ਇਹ ਜੋ ਹੈ ਸ਼ਬਦ ਦਾ ਜਾਪ ਸੁਣ ਕਰਕੇ ਭਾਈ ਲੈਣਾ ਜੀ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਗਏ। ਮਨ ਇੱਕਦਮ ਗਦਗਦ ਹੋਇਆ। ਭਾਈ ਜੋਧ ਨੂੰ ਕਿਹਾ, ਭਾਈ ਜੋਧ ਫਿਰ ਤੋਂ ਇਹ ਜੋ ਤੂੰ ਇਹ ਕਲਾਮ ਪੜ੍ਹ ਰਿਹਾ ਸੀ ਨਾ, ਸ਼ਬਦ ਪੜ੍ਹ ਰਿਹਾ ਸੀ, ਇਹ ਫਿਰ ਤੋਂ ਸਾਨੂੰ ਸਰਵਣ ਕਰਾਉਣਾ ਕਰ। ਬਾਰ-ਬਾਰ ਕਈ ਵਾਰੀ ਭਾਈ ਜੋਧ ਨੇ ਸ਼ਬਦ ਦਾ ਗਾਇਨ ਕਰਨਾ ਕੀਤਾ, ਲੇਕਿਨ ਇੰਨਾ ਰਸ ਦੇ ਨਾਲ ਭਾਈ ਲੈਣਾ ਜੀ ਭਰ ਗਏ, ਉਹਨਾਂ ਨੂੰ ਰਜ ਨਹੀਂ ਆਇਆ, ਮਨ ਜਿਹੜਾ ਤ੍ਰਿਪਤ ਨਹੀਂ ਹੋਇਆ। ਪੁੱਛਦੇ ਹਨ ਕਿ ਭਾਈ ਜੋਧ ਇਹ ਕਲਾਮ ਤੂੰ ਕਿਹਦਾ ਗਾ ਰਿਹਾ ਹੈ, ਇਹ ਬਾਣੀ ਕਿਹਦੀ ਹੈ? ਤਾਂ ਉਸ ਵੇਲੇ ਭਾਈ ਜੋਧ ਨੇ ਕਿਹਾ, ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਹੈ। ਤਾਂ ਮਹਾਰਾਜ ਜੀ ਨੇ ਪੁੱਛਿਆ, ਗੁਰੂ ਨਾਨਕ ਦੇਵ ਜੀ ਕਿੱਥੇ ਰਹਿੰਦੇ ਹਨ? ਭਾਈ ਜੋਧ ਨੇ ਕਿਹਾ, ਇੱਥੋਂ ਲਾਗੇ ਜਦੋਂ ਤੁਸੀਂ ਜਾਂਦੇ ਨਾ,
ਦੇਵੀ ਦੇ ਦਰਸ਼ਨ ਕਰਨ ਵਾਸਤੇ। ਤੇ ਦੋ ਰਾਸਤੇ, ਇੱਕ ਰਾਸਤਾ ਆ ਦੂਜੇ ਬੰਨੇ ਦੀ ਜਾਂਦਾ, ਉਹ ਰਾਸਤੇ ਤੋਂ ਤੁਸੀਂ ਹਰ ਵਾਰੀ ਜਾਂਦੇ ਹੋ, ਲੇਕਿਨ ਦੂਜਾ ਵੀ ਰਾਸਤਾ ਇੱਥੋਂ ਜਾਂਦਾ ਹੈ। ਉਹ ਰਾਸਤੇ ਦੇ ਵਿੱਚੋਂ ਦੀ ਜੇ ਤੁਸੀਂ ਜਾਓਗੇ ਤਾਂ ਉੱਥੇ ਇੱਕ ਨਗਰ ਵੱਜਦਾ ਹੈ ਕਰਤਾਰਪੁਰ ਸਾਹਿਬ। ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਸਾਹਿਬ ਦੇ ਵਿੱਚ ਜੋਤ ਜਗਾ ਰਹੇ ਹਨ। ਉੱਥੇ ਰਹਿ ਕਰਕੇ ਜੀਆਂ ਦਾ ਮਹਾਰਾਜ ਜੀ ਉਧਾਰ ਕਰ ਰਹੇ। ਤਾਂ ਭਾਈ ਜੋਤ ਤੋਂ ਸੁਣ ਕਰਕੇ ਜਦੋਂ ਉਹ ਦਿਨ ਆ ਗਿਆ, ਉਹ ਮੇਲੇ ਦਾ ਦਿਨ ਆ ਗਿਆ, ਪੂਰਾ ਸੰਗ ਜਦੋਂ ਸੰਗਤਾਂ ਇਕੱਤਰ ਹੋ ਗਈਆਂ ਦੇਵੀ ਦੇ ਦਰਸ਼ਨ ਕਰਨ ਵਾਸਤੇ ਜਦੋਂ ਜਾ ਰਹੇ ਸਨ, ਮਹਾਰਾਜ ਨੂੰ ਭਾਈ ਲੈਣੇ ਨੂੰ ਜਦੋਂ ਬੇਨਤੀ ਕੀਤੀ ਤਾਂ ਭਾਈ ਲੈਣਾ ਜੀ ਭਾਵ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਜਥੇ ਦੀ ਅਗਵਾਈ ਕੀਤੀ ਤੇ ਬਚਨ ਕੀਤਾ ਕਿ ਸੰਗਤ ਜੀ ਐਤਕੀ ਆਪਾਂ ਦੂਜੇ ਰਾਸਤੇ ਤੋਂ ਜਾਣਾ ਹੈ। ਤੇ ਜਦੋਂ ਉਸ ਪਾਸੋਂ ਦੀ ਜਾ ਰਹੇ ਹਨ ਤੇ ਫਿਰ ਉੱਥੇ ਸੰਗਤਾਂ ਨੂੰ ਬਾਹਰ ਹੀ ਖੜੇ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਪ ਚੱਲ ਕੇ ਗਏ। ਤਾਂ ਉਸ ਵੇਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਵ ਕਿ ਜਿਸ ਤਰ੍ਹਾਂ ਕਿ ਭਾਈ ਗੁਰਦਾਸ ਸਾਹਿਬ ਦੀਆਂ ਆਪਾਂ ਵਾਰਾਂ ਪੜ੍ਹਦੇ ਹਾਂ, ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਨਾ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਬੇਸ਼ੱਕ ਜਦੋਂ ਗੁਰੂ ਕਾ ਸਿੱਖ ਇੱਕ ਪੈਂਡਾ ਅੱਗੇ ਪੁੱਟ ਕਰਕੇ ਜਾਂਦਾ ਤਾਂ ਸਤਿਗੁਰੂ ਮਹਾਰਾਜ ਅਨੇਕਾਨ ਅਨੇਕ ਪੈਂਡੇ ਅੱਗੇ ਪੁੱਟ ਕਰਕੇ ਆਪਣੇ ਸਿੱਖ ਨੂੰ ਲੈਣ ਵਾਸਤੇ, ਉਹਨੂੰ ਲੈਣ ਵਾਸਤੇ ਸਤਿਗੁਰੂ ਮਹਾਰਾਜ ਅੱਗੇ ਆ ਜਾਂਦੇ ਹਨ। ਸਤਿਗੁਰੂ ਮਹਾਰਾਜ ਜੀ ਨੂੰ ਪਤਾ ਸੀ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ, ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਹੁਣ ਗੁਰਤਾ ਗੱਦੀ ਦੇ ਮਾਲਕ ਜਿਨ੍ਹਾਂ ਨੇ ਬਣਨਾ, ਉਹਨਾਂ ਨੇ ਅੱਜ ਆਉਣਾ ਹੈ। ਤੇ ਉਹ ਰਾਸਤੇ ਤੇ ਆ ਕਰਕੇ ਸਤਿਗੁਰੂ ਮਹਾਰਾਜ ਪਹਿਲਾਂ ਹੀ ਬਾਹਰ ਖੜ ਗਏ। ਭਾਈ ਲੈਣੇ ਨੂੰ ਪਤਾ ਨਹੀਂ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕੌਣ ਹਨ। ਤੇ ਸਤਿਗੁਰੂ ਮਹਾਰਾਜ ਜੀ ਨੂੰ ਉਹਨਾਂ ਨੇ ਪੁੱਛਿਆ ਕਿ ਬਾਬਾ ਜੀ ਦੱਸਣਾ ਕਰੋ, ਗੁਰੂ ਨਾਨਕ ਦੇਵ ਜੀ ਮਹਾਰਾਜ ਕਿੱਥੇ ਰਹਿੰਦੇ ਹਨ, ਉਹਨਾਂ ਦੀ ਧਰਮਸ਼ਾਲਾ ਕਿੱਥੇ ਹੈ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ, ਪੁਰਖ ਉਹਨਾਂ ਦੀ ਧਰਮਸ਼ਾਲਾ ਉਸ ਪਾਸੇ ਹੈ, ਮੈਂ ਵੀ ਉੱਥੇ ਹੀ ਜਾ ਰਿਹਾ ਹਾਂ, ਤੇ ਜੇ ਤੁਸੀਂ ਕਹੋਗੇ ਤਾਂ ਮੈਂ ਤੁਹਾਨੂੰ ਆਪਣੇ ਨਾਲ ਲੈ ਕੇ ਚਲਾਂ। ਤੇ ਭਾਈ ਲੈਣੇ ਨੇ ਕਿਹਾ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਫਿਰ ਕਿਹਾ, ਕੋਈ ਗੱਲ ਨਹੀਂ ਹੈ ਬਾਬਾ ਜੀ, ਸਾਨੂੰ ਲੈ ਕੇ ਜਾਓ। ਆਪ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਘੋੜੇ ਦੀਆਂ ਵਾਗਾਂ ਫੜ ਕਰਕੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਧਰਮਸਾਲ ਦੇ ਵਿੱਚ ਲੈ ਕੇ ਆਉਣਾ ਕੀਤਾ। ਲਿਆ ਕਰਕੇ ਫਿਰ ਕਹਿ ਦਿੱਤਾ ਕਿ ਹੁਣ ਇਹ ਵੱਡਾ ਰਾਸਤਾ, ਇੱਥੋਂ ਤੁਸੀਂ ਜਾਓ, ਬੈਠੋ। ਆਪ ਇੱਥੇ ਆ ਕਰਕੇ ਗੁਰੂ ਨਾਨਕ ਨੇ ਤੁਹਾਨੂੰ ਦਰਸ਼ਨ ਦੇਣਾ। ਉਹਨਾਂ ਨੂੰ ਇੱਕ ਪਾਸੇ ਛੱਡ ਕਰਕੇ ਫਿਰ ਸਤਿਗੁਰੂ ਮਹਾਰਾਜ ਜਾ ਕਰਕੇ ਦੂਜੇ ਦਰਵਾਜ਼ੇ ਦੇ ਰਾਹੀਂ ਉੱਥੇ ਆ ਕਰਕੇ ਧਰਮਸਾਲ ਦੇ ਵਿੱਚ ਮੰਜੀ ਸਾਹਿਬ ਦੇ ਉੱਤੇ ਜਾ ਕਰਕੇ ਬਿਰਾਜਮਾਨ ਹੋਏ। ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਵੇਖਿਆ, ਦਰਸ਼ਨ ਕਰਨੇ ਕੀਤੇ, ਇੱਕਦਮ ਪਿਆਰਿਓ ਪੈਰਾਂ ਤੋਂ ਧਰਤੀ ਖਿਸਕ ਗਈ। ਉਹਨਾਂ ਨੂੰ ਲੱਗਿਆ ਕਿ ਕਿੰਨਾ ਵੱਡਾ ਮੇਰੇ ਤੋਂ ਇਹ ਪਾਪ ਹੋ ਗਿਆ ਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਮੌਜੂਦ ਸਨ, ਲੇਕਿਨ ਮੈਂ ਉਹਨਾਂ ਨੂੰ ਨਹੀਂ ਪਹਿਚਾਣ ਸਕਿਆ। ਬਹੁਤ ਵੱਡੀ ਇਹ ਮਹਾਰਾਜ ਜੀ ਦੀ ਬੇਅਦਬੀ ਹੋਈ ਹੈ। ਤਾਂ ਉਹਨਾਂ ਨੇ ਮਾਫੀ ਮੰਗਣੀ ਕੀਤੀ, ਕਿਹਾ ਸਤਿਗੁਰੂ ਮਹਾਰਾਜ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ। ਤੇ ਆਪ ਜੀ ਨੇ ਕਿਉਂ ਨਹੀਂ ਦੱਸਣਾ ਕੀਤਾ, ਆਪ ਜੀ ਪਹਿਲਾਂ ਹੀ ਕਹਿ ਦਿੰਦੇ ਕਿ ਭਾਈ ਮੈਂ ਹੀ ਹਾਂ ਗੁਰੂ ਨਾਨਕ, ਤਾਂ ਮਹਾਰਾਜ ਇਹ ਬੇਅਦਬੀ ਨਹੀਂ ਹੋ ਸਕਦੀ ਸੀ। ਤਾਂ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਜਿਹੜੇ ਲੈਣਦਾਰ ਹੁੰਦੇ ਉਹ ਚੜ ਕਰਕੇ ਆਉਂਦੇ ਹਨ, ਤੇ ਦੇਣਦਾਰ ਜਿਹੜੇ ਹੁੰਦੇ ਉਹਨਾਂ ਨੂੰ ਅੱਗੇ ਲੈਣ ਵਾਸਤੇ ਜਾਂਦੇ। ਕਹਿਣ ਦਾ ਭਾਵ ਕਿ ਮਹਾਰਾਜ ਜੀ ਨੇ ਪੂਰਾ ਬਚਨ ਤਾਂ ਸਪਸ਼ਟ ਨਹੀਂ ਕੀਤਾ, ਲੇਕਿਨ ਪਹਿਲੀ ਮੁਲਾਕਾਤ ਦੇ ਵਿੱਚ ਹੀ ਸੰਕੇਤ ਕਰ ਦਿੱਤਾ ਕਿ ਲੈਣਾ ਤੁਸੀਂ ਲੈਣਦਾਰ ਹੋ, ਲੈਣ ਵਾਲੇ ਹੋ, ਤੇ ਅਸੀਂ ਤੁਹਾਨੂੰ ਦੇਣਾ ਹੈ ਗੁਰਤਾ ਗੱਦੀ। ਤੇ ਲੈਣਦਾਰ ਜਿਹੜਾ ਹੁੰਦਾ ਨਾ ਉਹ ਚੜ ਕੇ ਆਉਂਦਾ, ਤੇ ਦੇਣਦਾਰ ਜਿਹੜਾ ਹੈ ਉਹ ਨਿਮਰਤਾ ਦੇ ਵਿੱਚ ਜਾ ਕਰਕੇ ਉਹਨਾਂ ਨੂੰ ਅੱਗੇ ਹੋ ਕਰਕੇ ਮਿਲਦਾ। ਇਹ ਮਹਾਰਾਜ ਜੀ ਨੇ ਬੁਝਾਰਤ ਕਹਿ ਦਿੱਤੀ ਹੈ, ਇਹ ਰਮਜਾਂ ਵਾਲਾ ਬਚਨ ਕਹਿ ਦਿੱਤਾ। ਅੱਗੋਂ ਸੁਣ ਕਰਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਬੜੇ ਗਦਗਦ ਹੋ ਗਏ। ਇਹ ਸਾਰਾ ਇਤਿਹਾਸ ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ, ਫਿਰ ਬਾਅਦ ਦੇ ਵਿੱਚ ਮਹਾਰਾਜ ਜੀ ਨੇ ਇਹਨਾਂ ਨੂੰ ਆਗਿਆ ਦਿੱਤੀ ਹੈ ਕਿ ਪੁਰਖਾ ਹੁਣ ਤੁਸੀਂ ਵਾਪਸ ਜਾਓ ਤੇ ਜਾ ਕਰਕੇ ਫਿਰ ਬਾਅਦ ਵਿੱਚ ਆ ਜਾਓ।
ਤੇ ਹੁਣ ਭਾਈ ਲੈਣਾ ਜੀ ਭਾਵ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਵਾਪਸ ਜਾਂਦੇ ਹਨ ਖਡੂਰ ਸਾਹਿਬ। ਫਿਰ ਵਾਪਸ ਕਿਸ ਤਰ੍ਹਾਂ ਗੁਰੂ ਘਰ ਦੇ ਵਿੱਚ ਆ ਕਰਕੇ ਮਹਾਰਾਜ ਜੀ ਦੀ ਅਣਥੱਕ ਸੇਵਾ ਕਰਦੇ ਹਨ, ਖੁਸ਼ੇ ਦੇ ਪਾਤਰ ਬਣਦੇ ਹਨ। ਉਹ ਪਾਵਨ ਇਤਿਹਾਸ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਆਏ ਲੋਕ ਸਭ ਬੂਝਤ ਭਏ। ਜਦੋਂ ਭਾਈ ਲੈਣਾ ਜੀ ਜਦੋਂ ਵਾਪਸ ਆ ਗਏ ਤਾਂ ਉਸ ਵੇਲੇ ਸਾਰੇ ਲੋਕਾਂ ਨੇ ਉਹਨਾਂ ਨੂੰ ਪੁੱਛਣਾ ਕੀਤਾ, ਤੁਮ ਤੋ ਜਵਾਲਾ ਪਰਸਨ ਗਏ। ਉਹਨਾਂ ਨੇ ਕਿਹਾ ਕਿ ਭਾਈ ਲੈਣਾ ਜੀ ਆਪ ਜੀ ਤਾਂ ਜਵਾਲਾ ਦੇਵੀ ਦੇ ਦਰਸ਼ਨ ਕਰਨ ਵਾਸਤੇ, ਕਿਉਂਕਿ ਉਹਨੂੰ ਉਹ ਜੋ ਮੰਦਿਰ ਹੈ ਕਾਂਗੜਾ ਇਹ ਇਲਾਕੇ ਦੇ ਵਿੱਚ ਪਹਾੜੀ ਇਲਾਕੇ ਦੇ ਵਿੱਚ ਇਹ ਮੰਦਿਰ ਹੈ ਪਿਆਰਿਓ, ਬਹੁਤ ਪੁਰਾਣਾ ਇਹ ਮੰਦਿਰ ਹੈ ਜਿੱਥੇ ਖੁਦ ਬਾ ਖੁਦ ਜਿਹੜੀਆਂ 7 ਜੋਤਾਂ ਜਿਹੜੀਆਂ ਹਨ ਉਹ ਜਗਦੀਆਂ ਹਨ ਤੇ ਇਹਦੇ ਬਾਅਦ ਵੀ ਜਦੋਂ ਦਾਸ ਨੇ ਚੋਕੜਾ ਕੀਤੀ ਪੜਨਾ ਕੀਤਾ ਤੇ ਇਹਦੇ ਨਾਲ ਬਹੁਤ ਤੇ ਨਹੀਂ ਇਤਿਹਾਸ ਹੱਥ ਜੁੜੇ ਹੋਏ ਕਈ ਕਈਆਂ ਨੇ ਹੋਏ ਨੇ ਦਾਵਾ ਕਰਦੇ ਕਿ ਇਹ ਜਿਹੜਾ ਹੈ ਜਿਹੜੀ ਮਾਰੀ ਉਹਨੂੰ ਜਵਾਲਾ ਦੇਵੀ ਬੋਲਦੇ ਹਨ, ਉਹਨੂੰ ਜਵਾਲਾ ਦੇਵੀ ਬੋਲਦੇ ਅੰਦਰ ਪਿਆ ਤੇ ਹੇਠ ਬਹੁਤ ਵੱਡਾ ਡਰ ਹੋਵੇਗਾ। ਇਸ ਕਰਕੇ ਬਹੁਤ ਸਾਰੇ ਵਿਗਿਆਨਿਕ ਜਾਰੀ ਬਹੁਤ ਹੈ ਮਸ਼ਹੂਰੀ ਲਾ ਕਰਕੇ ਬਹੁਤ ਤੱਕ ਜਾ ਕੇ ਖੁਦਾਈ ਕੀਤੀ ਲੇਕਿਨ ਗਿਆਸ ਦਾ ਉਹਨਾਂ ਨੂੰ ਕੋਈ ਇੰਦਾਰ ਨਹੀਂ ਮਿਲਿਆ। ਇਹ ਜੋ ਮੰਦਰ ਹੈ ਇਹਦੇ ਵਿੱਚ ਇਹ ਜੋ ਮੰਦਰਾਂ ਦੇ ਆਪਾਂ ਤੇ ਕੋਈ ਚੀਜ਼ਾਂ ਆਉਣਾ ਹੋਵੇ ਕੋਈ ਆਪਾਂ ਦੀਏ ਦੇ ਤੇਲ ਪਾਉਂਦੇ ਆ ਘਿਓ ਮਿੱਟੀ ਦਾ ਤੇਲ ਪਾਉਂਦੇ ਆ ਘਿਓ ਫੇਰੀ ਦੇ ਵੇਲ ਪਾਤੀ ਦੇ ਕਰਕੇ ਜਗਾਉਂਦੇ ਤੇ ਬਾਤੀ ਵੀ ਬੁੱਝ ਜਾਂਦੀ ਹੈ। ਤੇਲ ਘਿਓ ਜਿਹੜਾ ਹੈ ਉਹ ਵੀ ਜਿਹੜਾ ਹੋ ਜਾਂਦਾ ਉਹ ਵੀ ਲੇਕਿਨ ਇਹ ਮੰਦਰ ਦੇ ਸੱਤ ਜੋਤਾਂ ਜਿਹੜੀਆਂ ਪਿਆਰਿਓ ਸੱਤ ਕੁਦਰਤ ਦਾ ਬਹੁਤ ਵੱਡਾ ਕਰਿਸ਼ਮਾ ਹੈ। ਕੋਈ ਉੱਥੇ ਜੋਤ ਨਹੀਂ ਪਾਈ ਜਾਂਦੀ ਹੈ, ਕੋਈ ਤੇਲ ਕੋਈ ਘਿਓ ਨਹੀਂ ਪਾਇਆ ਜਾਂਦਾ, ਖੁਦ ਬਾ ਖੁਦ ਜਿਹੜਾ ਹੈ ਉਹਦੇ ਵਿੱਚੋਂ ਲਾਟਾਂ ਨਿਕਲਦੀਆਂ, ਜੋਤ ਜਿਹੜੀ ਹੈ ਸਦਾ ਜਗਦੀ ਰਹਿੰਦੀ ਹੈ। ਇਹ ਅੱਜ ਤੋਂ ਕਈ ਸੌ ਸਾਲ ਪਹਿਲੇ ਤੋਂ ਇਹ ਇੱਥੇ ਜੋਤ ਜਿਹੜੀ ਹੈ ਇਹ ਜਗਦੀ ਆ ਰਹੀ ਸੀ। ਕਹਿੰਦੇ ਇਹਦੇ ਬਾਬਤ ਇਹ ਵੀ ਪਤਾ ਚੱਲਿਆ ਕਿ ਇੱਕ ਵਾਰੀ ਅਕਬਰ ਬਾਦਸ਼ਾਹ ਜਿਹੜਾ ਸੀ ਇਸ ਪਾਸੇ ਨੂੰ ਜਾ ਰਿਹਾ, ਉਹਨੂੰ ਜਦੋਂ ਅਕਬਰ ਨੂੰ ਪਤਾ ਲੱਗਿਆ ਕਿ ਇੱਥੇ ਇਹ ਜੋਤਾਂ ਜਗਦੀਆਂ ਖੁਦ ਬਾ ਖੁਦ, ਉਹਨੂੰ ਯਕੀਨ ਨਹੀਂ ਆਇਆ। ਉਹਨੇ ਫਿਰ ਕੀ ਕਰਨਾ ਕੀਤਾ ਕਿ ਉਹ ਜਦੋਂ ਗਿਆ ਨਾ ਉੱਥੇ ਦਰਸ਼ਨ ਕਰਨ ਵਾਸਤੇ, ਉਹਨੂੰ ਲੱਗਿਆ ਕਿ ਭਾਈ ਇਹਨਾਂ ਹਿੰਦੂਆਂ ਨੇ ਕੋਈ ਛਲ ਕਪਟ ਕਰਨਾ ਕੀਤਾ, ਅੰਦਰ ਕੋਈ ਇਹ ਜੋਤ ਜਗਾ ਰਹੇ ਹਨ ਕਰਕੇ ਉਹਨੇ ਪਿਆਰਿਓ ਦਰਿਆ ਦਾ ਮੂੰਹ ਮੋੜ ਦਿੱਤਾ ਤੇ ਪਾਣੀ ਜਿਹੜਾ ਉਹਦੇ ਵਿੱਚ ਪੂਰੇ ਮੰਦਰ ਦੇ ਵਿੱਚ ਹੀ ਜਿਹੜਾ ਦਰਿਆ ਦਾ ਪਾਣੀ ਉੱਥੋਂ ਲਾਗੇ ਕੋਈ ਵਗਦਾ ਸੀ ਉਹਨੂੰ ਸੂਆ ਬਣਾ ਕਰਕੇ ਪੂਰਾ ਪਾਣੀ ਅੰਦਰ ਪਾ ਦਿੱਤਾ। ਬਹੁਤ ਪੂਰਾ ਮੰਦਰ ਕਹਿੰਦੇ ਪਾਣੀ ਦੇ ਨਾਲ ਭਰ ਗਿਆ। ਫਿਰ ਵੀ ਜੋਤਾਂ ਜਿਹੜੀਆਂ ਸਨ ਉਹਦੇ ਵਿੱਚੋਂ ਜਗ ਰਹੀਆਂ ਸਨ ਤੇ ਆਪ ਫਿਰ ਇਹ ਦੰਗ ਹੋ ਗਿਆ ਤੇ ਉੱਥੇ ਫਿਰ ਇਹਨੇ ਮਾਫੀ ਮੰਗ ਕਰਕੇ ਉੱਥੋਂ ਫਿਰ ਇਹ ਵਾਪਸ ਆ ਗਿਆ ਤੇ ਇਹਨੇ ਕੁਛ ਸੋਨੇ ਦਾ ਕੋਈ ਮੁਕਟ ਆਟਕ ਵੀ ਭੇਟ ਕੀਤਾ ਸੀ, ਲੇਕਿਨ ਜਦੋਂ ਉੱਥੇ ਰੱਖਿਆ ਕਹਿੰਦੇ ਉਹ ਪ੍ਰਵਾਨ ਨਹੀਂ ਹੋਇਆ। ਖੈਰ ਇਹ ਵੱਖਰਾ ਵਿਸ਼ਾ ਹੈ, ਲੇਕਿਨ ਇਹਦੀ ਸਾਖੀ ਇੰਜ ਆਉਂਦੀ ਹੈ, ਕਥਾ ਇੰਜ ਆਉਂਦੀ ਹੈ, ਇਹਨੂੰ ਜਵਾਲਾਮੁਖੀ ਜਵਾਲਾ ਦੇਵੀ ਵੀ ਬੋਲਦੇ, ਕੋਈ ਜਵਾਲਾ ਦੇਵੀ ਬੋਲਦੇ ਹਨ, ਕੋਈ ਜੋਤਾਂ ਵਾਲੀ ਇਹਨੂੰ ਬੋਲਦੇ, ਕਿਉਂਕਿ ਜੋਤਾਂ ਇੱਥੇ ਜਗਦੀਆਂ ਤੇ ਇੱਥੇ ਫਿਰ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਦਰਸ਼ਨ ਕਰਨ ਵਾਸਤੇ ਜਾਇਆ ਕਰਦੀਆਂ। ਤੇ ਗੁਰ ਅੰਗਦ ਦੇਵ ਜੀ ਮਹਾਰਾਜ ਜਦੋਂ ਗੁਰੂ ਪਦ ਦੀ ਪ੍ਰਾਪਤੀ ਨਹੀਂ ਹੋਈ ਸੀ, ਭਾਈ ਲੈਣੇ ਦੇ ਤੌਰ ਤੇ ਜਦੋਂ ਉਹ ਮੌਜੂਦ ਸਨ ਤੇ ਬਾਬਾ ਲੈਣਾ ਜੀ ਸੰਗਤਾਂ ਦਾ ਜਥਾ ਲੈ ਕਰਕੇ ਉਹ ਜਾਂਦੇ ਸਨ ਜਵਾਲਾ ਦੇਵੀ ਦੇ ਦਰਸ਼ਨ ਕਰਨ ਵਾਸਤੇ ਤੇ ਸੰਗਤਾਂ ਦੀ ਇਹ ਅਗਵਾਈ ਕਰਿਆ ਕਰਦੇ।
ਤੇ ਜਦੋਂ ਸਤਿਗੁਰਾਂ ਦੇ ਦਰਸ਼ਨ ਹੋ ਗਏ, ਇਹਨਾਂ ਨੇ ਕਹਿ ਦਿੱਤਾ ਕਿ ਅੱਜ ਤੋਂ ਮੈਂ ਜਵਾਲਾ ਦੇਵੀ ਦੇ ਦਰਸ਼ਨ ਕਰਨਾ ਤਿਆਗ ਦਿੱਤਾ। ਅੱਜ ਤੋਂ ਬਾਅਦ ਮੇਰਾ ਇਸ਼ਟ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਅੱਜ ਤੋਂ ਬਾਅਦ ਮੇਰਾ ਗੁਰੂ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ। ਇਹ ਜਵਾਲਾ ਦੇਵੀ ਦਾ ਮੈਨੇ ਖਹਿੜਾ ਛੱਡ ਦਿੱਤਾ। ਤੇ ਉਹਨਾਂ ਨੂੰ ਫਿਰ ਸੰਗਤਾਂ ਨੂੰ ਕਹਿ ਦਿੱਤਾ ਕਿ ਭਾਈ ਮੈਨੂੰ ਤਾਂ ਆਪਣਾ ਪੂਰਾ ਗੁਰੂ ਮਿਲ ਗਿਆ, ਹਾਂ ਤੁਹਾਨੂੰ ਦਰਸ਼ਨ ਕਰਨ ਵਾਸਤੇ ਜਾਣਾ, ਮੈਂ ਤੁਹਾਨੂੰ ਨਹੀਂ ਰੋਕਦਾ, ਤੁਹਾਡੀ ਸ਼ਰਧਾ ਦੇ ਵਿੱਚ ਮੈਂ ਰੁਕਾਵਟ ਪੇਸ਼ ਨਹੀਂ ਕਰਦਾ। ਹਾਂ ਜੇ ਤੁਸੀਂ ਜਾਣਾ ਨਾ ਜਵਾਲਾ ਦੇਵੀ ਦੇ ਦਰਸ਼ਨ ਕਰਨ ਵਾਸਤੇ, ਬੇਸ਼ੱਕ ਤੁਸੀਂ ਜਾਓ, ਲੇਕਿਨ ਮੈਨੂੰ ਮੇਰਾ ਗੁਰੂ ਮਿਲ ਗਿਆ। ਤੇ ਕੱਲ ਦੇ ਦੀਵਾਨ ਦੇ ਵਿੱਚ ਇਹ ਵੀ ਬਚਨ ਕੀਤਾ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ। ਮਹਾਰਾਜ ਨੇ ਕਿਹਾ ਨਾ ਪੁਰਖਾ, ਤੁਸੀਂ ਤਾਂ ਕਹਿੰਦੇ ਸੀ ਨਾ ਕਿ ਭਾਈ ਜਾਣਾ ਹੈ ਜਵਾਲਾ ਦੇ ਦਰਸ਼ਨ ਕਰਨ ਵਾਸਤੇ, ਚਲੋ ਕੋਈ ਨਹੀਂ ਸਾਡੇ ਦਰਸ਼ਨ ਹੋ ਗਏ, ਹੁਣ ਤੁਸੀਂ ਜਾਓ, ਜਾ ਕਰਕੇ ਜਵਾਲਾਮੁਖੀ ਦੇ ਦਰਸ਼ਨ ਕਰਕੇ ਆਓ। ਇਹ ਮਹਾਰਾਜ ਪ੍ਰੀਖਿਆ ਲੈਣਾ ਚਾਹੁੰਦੇ ਸਨ। ਤੇ ਅੱਗੋਂ ਬਾਬਾ ਲੈਣਾ ਜੀ ਨੇ ਗਲ ਵਿੱਚ ਪੱਲਾ ਪਾ ਕਰਕੇ ਕਹਿ ਦਿੱਤਾ, ਸਤਿਗੁਰੂ ਮਹਾਰਾਜ ਇਹ ਕਿਸ ਤਰ੍ਹਾਂ ਹੋ ਸਕਦਾ। ਇੱਕ ਦ੍ਰਿਸ਼ਟਾਂਤ ਵਰਤਿਆ ਕਿ ਕੋਈ ਜਿਹੜਾ ਹੈ ਮਨੁੱਖ ਮਧੂ ਦਾ ਮਤਲਬ ਕਿ ਜਿਹਨੂੰ ਆਪਾਂ ਸ਼ਹਿਦ ਬੋਲਦੇ ਆ, ਹਨੀ ਬੋਲਦੇ ਆ, ਉਹਦੀ ਭਾਲ ਦੇ ਵਿੱਚ ਜਾਵੇ ਤੇ ਉਹਨੂੰ ਉਹ ਸ਼ਹਿਦ ਮਿਲਣ ਤੋਂ ਪਹਿਲਾਂ ਹੀ ਉਹਨੂੰ ਅੰਮ੍ਰਿਤ ਮਿਲ ਜਾਵੇ। ਤੇ ਅੰਮ੍ਰਿਤ ਇੱਕ ਵਾਰੀ ਜੇ ਉਹਨੂੰ ਮਿਲ ਗਿਆ ਤੇ ਫਿਰ ਉਹ ਬਾਅਦ ਵਿੱਚ ਮਧ ਲੈਣ ਵਾਸਤੇ ਥੋੜੀ ਜਾਂਦਾ, ਉਹਨੂੰ ਤਾਂ ਅੰਮ੍ਰਿਤ ਮਿਲ ਜਾਵੇ ਤੇ ਉਹਦੇ ਵਿੱਚ ਹੀ ਤ੍ਰਿਪਤ ਹੋ ਜਾਂਦਾ। ਕਿੱਥੇ ਮਹਾਰਾਜ ਅੰਮ੍ਰਿਤ ਹੈ ਤੇ ਕਿੱਥੇ ਉਹ ਮਧੂ ਹੈ। ਕਹਿਣ ਦਾ ਭਾਵ ਆਪ ਜੀ ਦੇ ਦਰਸ਼ਨ, ਆਪ ਜੀ ਦੀ ਬਾਣੀ ਅੰਮ੍ਰਿਤ ਵਰਗੇ, ਕਿੱਥੇ ਉਹ ਜਵਾਲਾ ਦੇ ਦਰਸ਼ਨ ਕਰਨਾ, ਉਹ ਤਾਂ ਮਧੂ ਦੇ ਵੱਤ ਹੈ। ਮੈਂ ਇੱਥੇ ਹੀ ਰੱਜ ਗਿਆ, ਇੱਥੇ ਹੀ ਤ੍ਰਿਪਤ ਹੋ ਗਿਆ। ਹੁਣ ਮਹਾਰਾਜ ਸਾਰੀ ਆਸ ਮੇਰੀ ਖਤਮ ਹੋ ਗਈ ਹੈ, ਭਾਵ ਕਿ ਹੁਣ ਤਾਂ ਆਪ ਜੀ ਦੇ ਚਰਨਾਂ ਦੀ ਹੀ ਮੈਨੂੰ ਆਸ ਹੈ, ਓਟ ਹੈ। ਉਹਨਾਂ ਨੇ ਸਾਰੀਆਂ ਸੰਗਤਾਂ ਨੂੰ ਕਹਿ ਦਿੱਤਾ ਤੁਸੀਂ ਜਾਣਾ ਤੇ ਜਾਓ, ਲੇਕਿਨ ਅੱਜ ਤੋਂ ਬਾਅਦ ਮੈਨੇ ਉੱਥੇ ਜਵਾਲਾ ਦੇ ਦਰਸ਼ਨ ਕਰਨ ਵਾਸਤੇ ਨਹੀਂ ਜਾਣਾ। ਸੰਗਤਾਂ ਜਿਹੜੀਆਂ ਉਹ ਤਾਂ ਜਵਾਲਾ ਦੇ ਦਰਸ਼ਨ ਕਰਨ ਵਾਸਤੇ ਚੱਲ ਗਈਆਂ। ਫਿਰ ਇੱਥੋਂ ਵਿਦਾ ਲੈ ਕਰਕੇ ਭਾਈ ਲੈਣਾ ਜੀ ਵਾਪਸ ਆਪਣੇ ਨਗਰ ਦੇ ਵਿੱਚ, ਖਡੂਰ ਦੇ ਵਿੱਚ ਜਦੋਂ ਆਉਂਦੇ ਤੇ ਉੱਥੋਂ ਦੇ ਨਗਰ ਨਿਵਾਸੀਆਂ ਨੇ ਪੁੱਛਿਆ ਕਿ ਤੁਸੀਂ ਕਿਉਂ ਵਾਪਸ ਆ ਗਏ ਇੰਨੇ ਛੇਤੀ, ਕਿਉਂ ਮਾਰਗ ਤੇ ਹਟ ਕਰ ਆਏ, ਕੀ ਭਾਣਾ ਵਰਤ ਗਿਆ, ਅੱਧੇ ਰਾਸਤੇ ਤੋਂ ਲੱਗਦਾ ਤੁਸੀਂ ਮੁੜ ਕੇ ਆਏ ਹੋ। ਨਿਜ ਬਿਰਥਾ ਸਭ ਦੇਹੁ ਬਤਾਏ, ਪੁੱਛਦੇ ਕਿ ਬਾਬਾ ਲੈਣਾ ਜੀ ਦੱਸਣਾ ਕਰੋ ਆਪਣੀ ਨਿਜ ਬਿਰਥਾ ਕੀ ਹੈ, ਕੀ ਭਾਣਾ ਵਰਤਿਆ। ਰਹਿਣੇ ਕਹਿਓ ਨਾ ਅਬ ਕੇ ਗਇਓ, ਭਾਈ ਲੈਣਾ ਜੀ ਨੇ ਕਿਹਾ ਕਿ ਐਤਕੀ ਮੈਂ ਉੱਥੇ ਜਵਾਲਾ ਦੇਵੀ ਦੇ ਦਰਸ਼ਨ ਕਰਨ ਵਾਸਤੇ ਨਹੀਂ ਗਿਆ ਹਾਂ। ਸੰਗ ਵਿਦਾ ਕਰ ਮੈਂ ਕਰ ਆਇਓ, ਜੋ ਸੰਗ ਸੀ ਨਾ ਸੰਗਤ ਦਾ ਜਥਾ ਸੀ, ਉਹਨੂੰ ਤਾਂ ਮੈਂ ਕਰਤਾਰਪੁਰ ਤੱਕ ਤਾਂ ਮੈਂ ਗਿਆ, ਉਥੋਂ ਅੱਗੇ ਸੰਗਤਾਂ ਦਾ ਜਥਾ ਅੱਗੇ ਤੋੜ ਦਿੱਤਾ, ਲੇਕਿਨ ਮੈਂ ਕਰਤਾਰਪੁਰ ਸਾਹਿਬ ਤੋਂ ਮੈਂ ਵਾਪਸ ਮੁੜ ਗਿਆ ਹਾਂ। ਸੁਨ ਲੋਕਿਨ ਇਉ ਤੂਸ਼ਨ ਕੀਨ, ਸੁਣ ਕਰਕੇ ਲੋਕਾਂ ਨੇ ਕਿਹਾ ਪਤਾ ਨਹੀਂ ਕੀ ਕੋਈ ਗੱਲ ਹੋ ਗਈ ਹੋਵੇਗੀ। ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਸਾਰੇ ਲੋਕ ਚੁੱਪ ਹੋ ਗਏ। ਔਰ ਭੇਦ ਕੋ ਨਹਿ ਚੀਨੰ, ਇਹ ਜੋ ਭੇਦ ਹੈ ਨਾ ਸਤਿਗੁਰੂ ਮਹਾਰਾਜ ਜੀ ਦਾ ਔਰ ਦੂਜੇ ਨੂੰ ਨਹੀਂ ਪਤਾ ਚੱਲਿਆ ਹੈ। ਨਿਜ ਨਿਕੇਤ ਮਹਿ ਬੈਠਿਓ ਜਾਈ, ਜਾ ਕਰਕੇ ਬਾਬਾ ਲੈਣਾ ਜੀ ਆਪਣੇ ਨਿਜ ਨਿਕੇਤ, ਨਿਜ ਘਰ ਦੇ ਵਿੱਚ ਜਾ ਕਰਕੇ ਬੈਠੇ ਹਨ। ਕਿਸ ਕੇ ਸੰਗ ਨਾ ਕਛੂ ਅਲਾਈ, ਇਹਦੇ ਨਾਲ ਵੀ ਪਿਆਰਿਓ ਕੋਈ ਬਚਨ ਬਿਲਾਸ ਨਹੀਂ ਕਰਦੇ ਹਨ। ਹਿਰਦੇ ਦੇ ਵਿੱਚ ਸੁੱਧ ਬੁੱਧ ਜਿਹੜੀ ਹੈ ਵਿਸਰ ਗਈ ਹੈ। ਅਤਿਸ਼ੈ ਹਿਰਦੇ ਬਿਖੈ ਉਦਾਸੀ, ਆਪਣੇ ਮਨ ਦੇ ਵਿੱਚ ਅਤਿਸ਼ੈ ਬਹੁਤ ਜ਼ਿਆਦੀ ਉਦਾਸੀ ਆ ਗਈ ਹੈ, ਬਹੁਤ ਮਨ ਦੇ ਵਿੱਚ ਤੀਬਰਤਾ ਆ ਗਈ ਹੈ, ਮਨ ਇੱਕਦਮ ਬਹਿਬਲ ਹੋ ਗਿਆ। ਏਕ ਨਿਸਾ ਨਿਜ ਬਸਿਓ ਅਵਾਸੀ, ਇੱਕ ਰਾਤ ਜਿਹੜੀ ਹੈ, ਕਿਉਂਕਿ ਬਿਰਹੋ ਪੁਯੰਗਾ ਮਨ ਵਸੈ, ਮੰਤ ਨਾ ਮਾਨੈ ਕੋਏ, RAM ਬਿਯੋਗੀ ਨਾ ਜੀਐ, ਜੀਐ ਤਾਂ ਬੌਰਾ ਹੋਏ। ਜਿਨ੍ਹਾਂ ਦੇ ਮਨ ਦੇ ਵਿੱਚ ਪਿਆਰਿਓ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਨ। ਜਿਸ ਹਿਰਦੇ ਦੇ ਵਿੱਚ ਬਿਰਹਾ ਨਾ ਪੈਦਾ ਹੋਵੇ ਉਹ ਤਾਂ ਮਸਾਨ ਦੇ ਵੱਤ ਹੈ। ਸਭ ਤੋਂ ਪਹਿਲੇ ਜਿਗਿਆਸੂ ਜਿਹੜਾ ਹੈ ਉਹਦੇ ਮਨ ਦੇ ਵਿੱਚ ਬਿਰਹਾ ਦੀ ਅੱਗ ਲੱਗਦੀ ਹੈ।
ਉਹ ਜਿਹੜਾ ਹੈ ਉਹ ਫਿਰ ਕਹਿੰਦਾ ਕਰ ਵੱਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰ ਵੱਟ ਦੇ ਮੂੰਹ ਕੋ ਕਾਹੇ ਕੋ ਮਾਰੇ। ਉਹ ਫਿਰ ਆਪਣੇ ਰੱਬ ਤੋਂ ਆਪਣੇ ਇਸ਼ਟ ਤੋਂ ਅਲੱਗਾ ਹੋ ਕਰਕੇ ਨਹੀਂ ਰਹਿ ਸਕਦਾ। ਹੁਣ ਮਹਾਰਾਜ ਜੀ ਦਾ ਜੋ ਵਿਛੋੜਾ ਪੈ ਗਿਆ, ਇਹਦੇ ਬਿਰਹੋ ਦੀ ਅੱਗ ਦੇ ਵਿੱਚ ਬਹੁਤ ਜ਼ਿਆਦਾ ਬਹਿਬਲ ਹੋ ਗਏ। ਦੋਹਰਾ ਤਰਫਤ ਭੀ ਪੁਨਸਾਰ ਪੁਨ, ਉਠ ਕੀਨੋ ਅਸਕਾਮ। ਸਾਰੀ ਰਾਤ ਪਿਆਰਿਓ ਤੜਪਦੇ ਰਹੇ, ਤੇ ਜਦੋਂ ਅੰਮ੍ਰਿਤ ਵੇਲਾ ਹੋਇਆ, ਅੰਮ੍ਰਿਤ ਵੇਲੇ ਉੱਠ ਕਰਕੇ ਤੁਰੰਤ ਬਾਬਾ ਲੈਣਾ ਜੀ ਨੇ ਇਸ਼ਨਾਨ ਕੀਤਾ। ਭਾਰ ਸਵਾ ਮਨ ਲਾਉਨ ਕੋ, ਕਾਢ ਲੀਨ ਨਿਜਤਾ। ਤੇ ਉਸ ਵੇਲੇ ਸਵਾ ਮਨ ਭਾਰ ਦਾ ਲੂਣ ਜਿਹੜਾ ਹੈ ਉਹਨੂੰ ਇਹਨਾਂ ਨੇ ਧਾਰਨ ਕੀਤਾ, ਭਾਵ ਕਿ ਸਵਾ ਮਨ ਲੂਣ ਜਿਹੜਾ ਹੈ ਉਹਦਾ ਇੱਕ ਬੋਝਾ ਬਣਾ ਕਰਕੇ, ਉਹਦਾ ਇੱਕ ਇਹਦੇ ਵਿੱਚ ਉਹਨੂੰ ਪੈਕ ਕਰਕੇ ਨਾਲ ਲੈਣਾ ਕੀਤਾ। ਚੌਪਈ ਭਗਨੀ ਸੁਤ ਆਵਾਸ਼ਿਨ ਤਾਹੀ। ਤਾਂ ਉਸ ਵੇਲੇ ਕੀ ਹੋਇਆ, ਆਪਣੇ ਘਰੋਂ ਜਦੋਂ ਨਿਕਲ ਰਹੇ ਸਨ ਤੇ ਇਹਨਾਂ ਦੀ ਭੈਣ ਦਾ ਲੜਕਾ ਭਾਣਜਾ ਜਿਹਨੂੰ ਬੋਲਦੇ ਆ, ਭਣਵਈਆ ਬੋਲਦੇ ਆ, ਤੇ ਇਹਨਾਂ ਦਾ ਭਣਵਈਆ ਜਿਹੜਾ ਸਤਿਗੁਰੂ ਮਹਾਰਾਜ ਜੀ ਦਾ ਉਹ ਆ ਗਿਆ। ਮਿਲਿਓ ਸੋ ਹੇਤ ਕੀਨ ਮਨ ਮਾਹੀ। ਉਹਨਾਂ ਨੇ ਮਿਲਣਾ ਕੀਤਾ, ਬਹੁਤ ਜ਼ਿਆਦਾ ਪ੍ਰੇਮ ਕੀਤਾ, ਹੇਤ ਕੀਤਾ। ਜਿਹੜਾ ਪਹਾੜ ਜਿਹੜਾ ਨਾ ਲੂਣ ਦਾ, ਇਹਨੂੰ ਚੁੱਕ ਕਰਕੇ ਮੇਰੇ ਸਿਰ ਦੇ ਉੱਤੇ ਤੂੰ ਧਰ ਦੇਣਾ ਕਰ। ਸੋ ਬੋਲਿਓ ਜੀ ਸੁਣੀਏ। ਉਹਨਾਂ ਦਾ ਭਾਣਜਾ, ਸਤਿਗੁਰਾਂ ਦਾ ਭਾਣਜਾ ਕਹਿਣ ਲੱਗਾ ਕਿ ਮਾਮਾ ਜੀ ਸੁਣਨਾ ਕਰੋ। ਬਹੁ ਮਾਨੋ ਤੁਮ ਆਇਸ ਮਨੀਏ। ਆਪ ਜੀ ਦੀ ਆਗਿਆ ਤਾਂ ਬਹੁਤ ਸਾਰੇ ਲੋਕ ਮੰਨਦੇ ਹਨ। ਇਹਦਾ ਮਤਲਬ ਕਿ ਸਤਿਗੁਰੂ ਮਹਾਰਾਜ ਪਰਿਵਾਰ ਕਰਕੇ ਰੱਜੇ ਪੁੱਜੇ ਪਰਿਵਾਰ ਦੇ ਵਿੱਚੋਂ ਸਨ, ਬਹੁਤ ਤਗੜੇ ਮਾਇਆ ਧਾਰੀ ਸਨ, ਬਹੁਤ ਅੱਗੇ ਕੰਮ ਕਰਨ ਵਾਲੇ ਨੌਕਰ ਚਾਕਰ ਮਹਾਰਾਜ ਜੀ ਦੇ ਹੱਥ ਦੇ ਹੇਠ ਕੰਮ ਕਰਿਆ ਕਰਦੇ। ਮਹਾਰਾਜ ਜੀ ਦੇ ਭਾਣਜੇ ਨੇ ਕਿਹਾ ਕਿ ਮਾਮਾ ਜੀ ਤੁਹਾਡੇ ਅੱਗੇ ਤਾਂ ਬਹੁਤ ਸਾਰੇ ਨੌਕਰ ਚਾਕਰ ਹਨ, ਤਿਨਕੇ ਸਿਰ ਉਚਵਾ ਉਹ ਭਾਰਾ। ਆ ਇੰਨਾ ਭਾਰ ਆਪਣੇ ਸਿਰ ਤੇ ਉਤਾਰਦੇ ਹੋ, ਕੰਮ ਤਾਂ ਆਪਣਾ ਨਹੀਂ ਹੈ, ਚਲੋ ਕੋਈ ਨੌਕਰ ਨੂੰ ਬੁਲਾਓ, ਉਹਦੇ ਸਿਰ ਦੇ ਉੱਤੇ ਇਹ ਆਪਾਂ ਭਾਰ ਧਰਨਾ ਕਰੀਏ। ਤੇ ਪਹੁੰਚਾਏ ਕਰੋ ਨਿਜ ਕਾਰਾ। ਜਿੱਥੇ ਤੁਸੀਂ ਕਹੋਗੇ ਨਾ, ਉਹ ਨੌਕਰ ਨੇ, ਨੌਕਰਾਂ ਨੂੰ ਕਾਹਨੂੰ ਲਾਇਆ, ਇਹੀ ਤਾਂ ਕੰਮ ਕਰਨ ਵਾਸਤੇ ਲਾਇਆ ਆਪ ਜੀ ਨੇ। ਉਹਨੂੰ ਕਹਿ ਦਿਓ ਜਿੱਥੇ ਪਹੁੰਚਾਉਣਾ ਉਹਨੇ ਆ ਰਸਦ ਜਿਹੜੀ ਆ ਪਹੁੰਚਾ ਦੇਣੀ ਹੈ। ਇਉਂ ਨਾ ਕਰੋ ਜੇ ਮੁਝ ਸਿਰ ਦੀਜੈ। ਫਿਰ ਉਹਨਾਂ ਨੇ ਕਿਹਾ, ਮਹਾਰਾਜ ਜੀ ਦੇ ਭਾਣਜੇ ਨੇ ਬਚਨ ਕੀਤਾ ਕਿ ਨੌਕਰ ਤੋਂ ਇਹ ਕੰਮ ਨਹੀਂ ਕਰਵਾਉਣਾ ਚਾਹੁੰਦੇ, ਕੋਈ ਗੱਲ ਨਹੀਂ ਹੈ ਸਤਿਗੁਰੂ ਮਹਾਰਾਜ, ਮੈਨੂੰ ਕਹਿ ਦਿਓ, ਮੈਂ ਆਪਣੇ ਸਿਰ ਤੇ ਧਰ ਲਵਾਂਗਾ। ਚਹਿਲੇ ਚਲੋ ਤਾਹਿ ਗਮਨੀ ਜੈ। ਜਿੱਥੇ ਜਾਣਾ ਚਾਹੁੰਦੇ ਹੋ ਆਪ ਜੀ ਮੈਨੂੰ ਨਾਲ ਲੈ ਕੇ ਚਲੋ, ਮੈਂ ਤਗੜਾ ਵੀ ਆ ਮਹਾਰਾਜ, ਮੈਂ ਤੁਹਾਡੇ ਨਾਲ ਹੀ ਚੱਲਣਾ ਹੈ। ਨਿਜ ਸਿਰ ਪਰ ਨਹਿ ਭਾਰ ਉਚਾਵੋ। ਆ ਪਹਾੜ ਬਹੁਤ ਜ਼ਿਆਦਾ ਆਪਣੇ ਸਿਰ ਦੇ ਉੱਤੇ ਆਪ ਜੀ ਪਹਾੜ ਨਾ ਚੁੱਕਣਾ ਕਰੋ। ਇਹ ਤੁਮ ਉਚਿਤ ਨਹੀਂ ਦੁੱਤ ਪਾਵੋ। ਇਹ ਤੁਹਾਡੇ ਵਾਸਤੇ ਉਚਿਤ ਨਹੀਂ ਹੈ ਤੇ ਇਹਦੇ ਕਾਦੀ ਸ਼ੋਭਾ ਹੈ। ਭਾਵ ਕਿ ਆਮ ਜਿਹੜਾ ਵਿਅਕਤੀ ਹੈ, ਕੋਈ ਗਰੀਬ ਬੰਦਾ ਜਿਹੜਾ ਲਾਚਾਰ ਹੋਵੇ, ਉਹ ਆਪਣੇ ਸਿਰ ਤੇ ਭਾਰ ਚੱਕ ਕਰਕੇ ਮਾਰਾ ਫਿਰ ਰਿਹਾ ਜਾਂ ਮੁੜਕੇ ਦੇ ਨਾਲ ਭਰਿਆ ਹੋਇਆ ਆਪਾਂ ਸਮਝ ਸਕਦੇ ਹਾਂ। ਲੇਕਿਨ ਇੱਕ ਬਹੁਤ ਵੱਡਾ ਮਾਇਆ ਧਾਰੀ ਸ਼ਾਹੂਕਾਰ, ਉਹ ਆਪਣੇ ਸਿਰ ਦੇ ਉੱਤੇ ਭਾਰ ਚੱਕ ਕਰਕੇ ਮੁੜਕੀ ਹੋ ਕਰਕੇ ਪਸੀਨੇ ਦੇ ਨਾਲ ਲੱਥ-ਪੱਥ ਹੋ ਕਰਕੇ ਕੋਈ ਕੰਮ ਸ਼ੋਭਦੀ ਨਹੀਂ ਹੈ। ਇਹ ਗੱਲ ਫੱਬਦੀ ਵੀ ਨਹੀਂ ਆ। ਲੋਕਾਂ ਨੇ ਕਹਿਣਾ ਲੈ ਭਾਈ ਇੰਨਾ ਮਾਇਆ ਧਾਰੀ ਹੈ, ਮਾਇਆ ਕਾਦੇ ਵਾਸਤੇ, ਸਾੜਨ ਵਾਸਤੇ ਰੱਖੀ ਹੈ, ਕਿਉਂਕਿ ਇੰਨੇ ਨੌਕਰ ਰਹਿ ਕਰਕੇ ਆਪ ਇਹ ਭਾਰ ਬਰਦਾਰੀ ਕਰ ਰਿਹਾ। ਇਸ ਤਰ੍ਹਾਂ ਮਹਾਰਾਜ ਜੀ ਦੇ ਭਾਣਜੇ ਨੇ ਕਿਹਾ ਇਹ ਗੱਲ ਆਪ ਜੀ ਨੂੰ ਨਹੀਂ ਫੱਬਦੀ, ਜੇ ਨੌਕਰਾਂ ਤੋਂ ਕੰਮ ਨਹੀਂ ਕਰਾਉਣਾ ਮੈਨੂੰ ਦੱਸ ਦਿਓ, ਮੈਂ ਇਹਨੂੰ ਚੱਕ ਲਵਾਂਗਾ। ਦੋਹਰਾ ਕਹਿ ਲਹਿਣਾ ਸੁਨ ਸ਼ਰੋਨ ਮਹਿ, ਜੇ ਕੁਛ ਪਦਾਰਥ ਪਾਏ। ਤਾਂ ਉਸ ਵੇਲੇ ਬਾਬਾ ਲੈਣਾ ਜੀ ਨੇ ਆਪਣੇ ਭਾਣਜੇ ਨੂੰ ਕਿਹਾ ਕਿ ਬੇਟਾ
ਜੇ ਕੋਈ ਪਦਾਰਥ ਪਾਉਣ ਦੀ ਮਨ ਦੇ ਵਿੱਚ ਇੱਛਾ ਹੋਵੇ ਤਾਂ ਸੋ ਲੇਵਹਿ ਤੂੰ ਕਹਿ ਨਹੀਂ ਕਿਥੋਂ ਦੇ ਕਿਸ ਜਾਏ। ਤਾਂ ਸੋ ਲੇਵਹਿ ਭਾਵ ਕੇ ਜਿਹਨੂੰ ਕੁਝ ਲੈਣਾ ਹੋਵੇ ਤਾਂ ਉਹੀ ਤਾਂ ਕੰਮ ਕਰਦਾ, ਕਿਥੋਂ ਦੇ ਕਿਸ ਜਾਏ, ਤੇ ਦੂਜੇ ਨੂੰ ਕੀ ਪਤਾ ਹੋਵੇ। ਭਾਵ ਕੇ ਕਿਹਨੂੰ ਜੇ ਆਪਾਂ ਪ੍ਰਸੰਨ ਕਰਨਾ ਹੈ ਤਾਂ ਪਿਆਰਿਓ ਸਾਨੂੰ ਕੰਮ ਕਰਨਾ ਪਵੇਗਾ। ਜਿਸ ਤਰ੍ਹਾਂ ਕਿ ਇੱਕ ਇਸਤਰੀ ਜਿਹੜੀ ਹੈ, ਇੱਕ ਦਾ ਦ੍ਰਿਸ਼ਟਾਂਤ ਹੈ ਸਮਝਣ ਦੇ ਵਾਸਤੇ। ਉਹ ਆਪਣੇ ਪਤੀ ਦੇ ਪ੍ਰੇਮ ਦੀ ਜੇ ਪਾਤਰ ਬਣਨੀ ਚਾਵੇ ਤੇ ਉਹਨੇ ਅੱਗੇ ਦਾਸੀਆਂ ਨੂੰ ਰੱਖ ਦਿੱਤਾ, ਨੌਕਰਾਣੀਆਂ ਨੂੰ ਰੱਖ ਦਿੱਤਾ। ਉਹਨਾਂ ਨੂੰ ਕਿਹਾ ਕਿ ਭਾਈ ਮੇਰੇ ਪਤੀ ਦੀ ਚੰਗੀ ਸੇਵਾ ਕਰਨਾ ਕਰੋ, ਵੰਨ ਸਵੰਨੇ ਪਦਾਰਥ ਬਣਾ ਕਰਕੇ ਉਹਨੂੰ ਖਵਾਓ। ਤੇ ਉਹਨਾਂ ਦਾਸੀਆਂ ਨੇ ਤੇ ਪਦਾਰਥ ਵੀ ਬਣਾ ਦਿੱਤੇ ਤੇ ਘਰਵਾਲੀ ਨੇ ਲਿਆ ਕਰਕੇ ਥਾਲੀ ਅੱਗੇ ਰੱਖ ਦਿੱਤੀ ਤੇ ਕਿਹਾ ਆ ਛਕੋ। ਤੇ ਅੱਗੋਂ ਪਤੀ ਨੇ ਪੁੱਛਿਆ ਕਿ ਭਾਈ ਆ ਕਿਹਨੇ ਬਣਾਇਆ? ਉਹਨੇ ਕਹਿ ਦਿੱਤਾ ਕਿ ਦਾਸੀਆਂ ਨੇ, ਨੌਕਰਾਣੀਆਂ ਨੇ ਬਣਾਇਆ। ਤੇ ਇਹਦਾ ਲਾਭ ਤਾਂ ਫਿਰ ਘਰਵਾਲੀ ਨੂੰ ਥੋੜੀ ਪ੍ਰਾਪਤ ਹੋਵੇਗਾ। ਜੇ ਪਿਆਰਿਓ ਸੇਵਾ ਕਰਨੀ ਹੈ ਆਪਾਂ ਨੂੰ ਖੁਦ ਨੂੰ ਕਰਨਾ ਪੈਂਦਾ। ਇਹੀ ਤਾਂ ਪਿਆਰਿਓ ਆਪਾਂ ਗੁਰੂ ਘਰ ਦੇ ਵਿੱਚ, ਇਹੀ ਤਾਂ ਕਈ ਵਾਰੀ ਆਪਾਂ ਸੌਦਾ ਵੀ ਕਰਦੇ ਆ। ਆਪ ਤਾਂ ਸਾਡੇ ਤੋਂ ਸੇਵਾ ਨਹੀਂ ਹੁੰਦੀ ਹੈ, ਆਪਾਂ ਮਾਇਆ ਦੇ ਕਰਕੇ ਦੂਜਿਆਂ ਤੋਂ ਸੇਵਾ ਕਰਾ ਲਓ ਜਾਂ ਇਹ ਕਰ ਲਿਓ, ਇਹ ਗੱਲ ਵੱਖਰੀ ਹੈ। ਲੇਕਿਨ ਖੁਦ ਨੂੰ ਸੇਵਾ ਕਰਨੀ ਚਾਹੀਦੀ ਹੈ, ਤੁਹਾਨੂੰ ਖੁਦ ਨੂੰ ਸਿਮਰਨ ਕਰਨਾ ਚਾਹੀਦਾ। ਇਹ ਨਹੀਂ ਹੈ ਕਿ ਤੁਸੀਂ ਮਾਇਆ ਦੇ ਕਰਕੇ ਜੀ ਲਾ ਭਾਈ ਆ ਮਾਇਆ ਲੈ। ਕਈਆਂ ਦੇ ਕੋਲ ਪਿਆਰਿਓ ਮਾਇਆ ਬਥੇਰੀ ਹੈ ਤੇ ਉਹਨਾਂ ਨੂੰ ਮਾਇਆ ਦਾ ਹੀ ਬੜਾ ਅਭਿਮਾਨ ਹੁੰਦਾ। ਕਹਿੰਦੇ ਕਿ ਭਾਈ ਮਾਇਆ ਦੇ ਨਾਲ ਸਭ ਕੰਮ ਬਣ ਜਾਂਦੇ ਹਨ। ਉਹ ਤਾਂ ਗੁਰੂ ਘਰ ਦੇ ਵਿੱਚ ਵੀ ਆ ਕਰਕੇ ਮਾਇਆ ਦੇ ਨਾਲ ਗੁਰੂ ਸਾਹਿਬ ਨੂੰ ਉਹ ਖਰੀਦਣ ਦਾ ਯਤਨ ਕਰਦੇ। ਉਹ ਕਹਿੰਦੇ ਕਿ ਭਾਈ ਮੈਂ ਤਾਂ ਪਾਠ ਨਹੀਂ ਕਰਨਾ ਮਹਾਰਾਜ, ਮੈਨੇ 2-4 ਬੰਦਿਆਂ ਨੂੰ ਲਾ ਦਿੱਤਾ, ਉਹਨਾਂ ਨੂੰ ਮਾਇਆ ਦਿੱਤੀ ਹੈ, ਉਹਨਾਂ ਨੇ ਪਾਠ ਕਰ ਦੇਣਾ। ਮੈਂ ਤਾਂ ਸੇਵਾ ਨਹੀਂ ਕਰਨੀ ਹੈ, ਦੂਜਿਆਂ ਤੋਂ ਕਰਾਉਣਾ। ਨਹੀਂ ਪਿਆਰਿਓ, ਜਿਹੜਾ ਕਰੇਗਾ ਉਹਨੂੰ ਹੀ ਮਹਾਤਮ ਦੀ ਪ੍ਰਾਪਤੀ ਹੋਵੇਗੀ। ਇਹ ਮਹਾਰਾਜ ਜੀ ਨੇ ਕਦੇ ਨਹੀਂ ਕਿਹਾ ਕਿ ਭਾਈ ਸਿੱਖਾ ਕਿ ਤੂੰ ਜੇ ਸਿਮਰਨ ਨਹੀਂ ਕਰ ਸਕਦਾ, ਨਾਮ ਨਹੀਂ ਜਪ ਸਕਦਾ, ਬਾਣੀ ਨਹੀਂ ਪੜ੍ਹ ਸਕਦਾ ਤਾਂ ਕੋਈ ਗੱਲ ਨਹੀਂ ਹੈ, ਮਾਇਆ ਦੇ ਕਰਕੇ ਦੂਜਿਆਂ ਤੋਂ ਕਰਾ ਲਵੀਂ, ਤੈਨੂੰ ਇਹਦਾ ਫਲ ਮਿਲ ਜਾਵੇਗਾ। ਕਹਿਣ ਵਾਸਤੇ ਤਾਂ ਆਪਾਂ ਕਹਿ ਦਿੰਦੇ ਆ, ਲੇਕਿਨ ਸੱਚ ਜਾਣੋ ਪਿਆਰਿਓ, ਤੇ ਜਿਹੜਾ ਕਰਦਾ ਨਾ ਫਲ ਦੀ ਪ੍ਰਾਪਤੀ ਵੀ ਉਹਨੂੰ ਹੀ ਪ੍ਰਾਪਤ ਹੁੰਦੀ ਹੈ। ਜਿਹੜਾ ਆਪ ਆ ਕਰਕੇ ਗੁਰੂ ਘਰ ਦੇ ਵਿੱਚ ਸੇਵਾ ਕਰੇ, ਆਪ ਜਿਹੜਾ ਸਿਮਰਨ ਕਰਦਾ ਹੈ, ਭਜਨ ਬੰਦਗੀ ਕਰਦਾ, ਗੁਰਬਾਣੀ ਦਾ ਜਾਪ ਕਰਦਾ, ਫਲ ਤੋਂ ਉਹਨੂੰ ਹੀ ਪ੍ਰਾਪਤ ਹੋਣਾ। ਇਹ ਇੰਜ ਥੋੜੀ ਹੋਵੇਗਾ ਕਿ ਭਾਈ ਪ੍ਰਸ਼ਾਦਾ ਤੁਸੀਂ ਛਕੋ ਤੇ ਪੇਟ ਮੇਰਾ ਭਰ ਜਾਵੇ, ਇਹ ਕਦੇ ਨਹੀਂ ਹੋ ਸਕਦਾ। ਤੇ ਬਾਬਾ ਲੈਣਾ ਜੀ ਨੇ ਕਿਹਾ ਕਿ ਬੇਟਾ ਇਹ ਕੰਮ ਨਾ ਕਰਨਾ ਕਰ, ਕਿਉਂਕਿ ਮੈਂ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਜਾ ਰਿਹਾ ਹਾਂ। ਜੇ ਮੈਂ ਸੇਵਾ ਕਰਾਂਗਾ ਤਾਂ ਸਤਿਗੁਰੂ ਮਹਾਰਾਜ ਜੀ ਦੇ ਪ੍ਰਸੰਨਤਾ ਦਾ ਪਾਤਰ ਮੈਨੇ ਬਣਨਾ ਹੈ। ਇਸ ਕਰਕੇ ਮੈਨੂੰ ਨਾ ਰੋਕਣਾ ਕਰ, ਇਹ ਸੇਵਾ ਦੀ ਗੱਲ ਹੈ, ਇਹ ਸੰਸਾਰ ਦੀ ਮਾਨ ਵਡਿਆਈ ਦੀ ਗੱਲ ਨਹੀਂ ਹੈ। ਚੌਪਈ ਸਮਝੋ ਇਸ ਬਿਦ ਹਿਰਦੇ ਮਝਾਰਾ। ਇਸ ਤਰ੍ਹਾਂ ਭਾਈ ਤੂੰ ਆਪਣੇ ਮਨ ਦੇ ਵਿੱਚ ਸਮਝਣਾ ਕਰ। ਤੂਰਨ ਉਚਵਾਵੋ ਸਿਰ ਭਾਰਾ। ਆ ਜਿਹੜਾ ਭਾਰ ਨਾ ਮੇਰੇ ਸਿਰ ਦੇ ਉੱਤੇ ਤੂੰ ਚੁਕਾਉਣਾ ਕਰ। ਇਉਂ ਕਹਿ ਨੂੰ ਸੀਸ ਉਠਾਈ। ਇਸ ਤਰ੍ਹਾਂ ਕਹਿ ਕਰਕੇ ਬਾਬਾ ਲੈਣਾ ਜੀ ਨੇ ਉਹ ਭੰਡ ਜਿਹੜਾ ਉਹ ਭਾਰ ਆਪਣੇ ਸਿਰ ਦੇ ਉੱਤੇ ਧਾਰਨ ਕਰਨਾ ਕੀਤਾ। ਨਿਕਸਿਓ ਵਹਿਰ ਪਾਏ ਮਗ ਪਾਈ। ਤੇ ਨਿਕਸਿਓ ਵਹਿਰ ਭਾਵ ਕੇ ਬਾਹਰ ਨਿਕਲ ਕਰਕੇ ਤੇ ਜਿੱਥੇ ਰਾਸਤਾ ਜਾਂਦਾ ਨਾ, ਜੋ ਰਾਸਤਾ ਪਹੁੰਚਦਾ ਸਿੱਧਾ ਜਾ ਕਰਕੇ ਕਰਤਾਰਪੁਰ ਸਾਹਿਬ ਦੇ ਵਿੱਚ, ਉਹ ਰਾਸਤੇ ਦੇ ਉੱਤੇ ਆਪਣੇ ਮੁਬਾਰਕ ਕਦਮ ਰੱਖ ਦਿੱਤੇ। ਅਪਰਨਾ ਕਿਸ ਢੇਗ ਭੇਦ ਬਖਾਨਾ। ਔਰ ਇਹ ਭੇਦ ਜਿਹੜਾ ਦੂਜੇ ਦੇ ਪਾਸੇ ਨਹੀਂ ਕਿਹਾ ਕਿ ਮੈਂ ਸਤਿਗੁਰੂ ਮਹਾਰਾਜ ਜੀ ਦੇ ਕੋਲ ਜਾ ਰਿਹਾ, ਮਹਾਰਾਜ ਜੀ ਦੀ ਸੇਵਾ ਕਰਨ ਵਾਸਤੇ ਜਾ ਰਿਹਾ। ਇੱਕਦਮ ਇਹ ਗੱਲ ਨੂੰ ਗੁਪਤ ਰੱਖਣਾ ਕੀਤਾ। ਜਸਪਦਪੁਰ ਕਰਤਾਰ ਪਿਆਨਾ। ਇਸ ਤਰ੍ਹਾਂ ਬਹੁਤ ਛੇਤੀ ਕਾੜੀ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਕਰਤਾਰਪੁਰ ਸਾਹਿਬ ਦੇ ਵੱਲ ਜਾ ਰਹੇ ਹਨ। ਇੰਜ ਮਹਾਰਾਜ ਜੀ ਨੇ ਲੋਕ ਲਾਜ ਦਾ ਸਭ ਤੋਂ ਪਹਿਲੇ, ਕਿਉਂਕਿ ਪਿਆਰਿਓ ਜਦੋਂ ਆਪਾਂ ਗੁਰੂ ਦੇ ਨਾਲ ਜੁੜਨਾ ਤੇ ਸਭ ਤੋਂ ਪਹਿਲੇ ਲੋਕ ਲਾਜ ਦਾ ਤਿਆਗ ਕਰਨਾ ਚਾਹੀਦਾ। ਬੇਸ਼ੱਕ ਬਾਹਰੀ ਤੌਰ ਤੇ ਤੁਸੀਂ ਜਿੰਨਾ ਮਰਜ਼ੀ ਅਮੀਰ ਹੋ, ਬਹੁਤ ਵੱਡਾ ਸਰਮਾਇਆ ਕਿਉਂ ਨਾ ਹੋਵੇ, ਲੇਕਿਨ ਇੱਥੇ ਗੁਰੂ ਘਰ ਦੇ ਵਿੱਚ ਜੇ ਉਹ ਅਹੰਕਾਰ ਲੈ ਕੇ ਆ ਜਾਓਗੇ ਨਾ, ਤੁਸੀਂ ਖਾਲੀ ਦੇ ਖਾਲੀ ਰਹਿ ਜਾਣਾ।
ਸਿਆਣਿਆਂ ਨੇ ਪਿਆਰਿਓ, ਮਹਾਂਪੁਰਖਾਂ ਦਾ ਇਹ ਕਥਨ ਹੈ ਕਿ ਭਾਈ ਜਿੱਥੇ ਆਪਾਂ ਜੋੜੇ ਛੱਡਦੇ ਨਾ, ਕਹਿੰਦੇ ਉੱਥੇ ਆਪਣੇ ਅਹੰਕਾਰ ਨੂੰ ਵੀ ਛੱਡ ਕੇ ਆ ਜਾਣਾ ਚਾਹੀਦਾ। ਕਿਉਂਕਿ ਜੇ ਆਪ ਦੀ ਅਹੰਕਾਰ ਲੈ ਕੇ ਆਓ, ਜੋੜੇ ਤਾਂ ਆਪਾਂ ਬਾਰੀ ਤਾਂ ਲਾ ਦਿੰਦੇ ਆ, ਲੇਕਿਨ ਅਹੰਕਾਰ ਉੱਥੇ ਰੱਖ ਕਰਕੇ ਨਹੀਂ ਆਉਂਦੇ। ਅਹੰਕਾਰ ਤਾਂ ਆ ਹੀ ਜਾਂਦਾ ਨਾਲ। ਆਪਾਂ ਕਹਿੰਦੇ ਮੈਂ ਮਾਇਆ ਧਾਰੀ ਜੀ, ਮੈਂ ਫਲਾਣਾ ਮੈਂਬਰ, ਮੈਂ ਫਲਾਣਾ ਮੰਤਰੀ, ਮੈਂ ਢਿਮਕਾਣਾ। ਭਾਈ ਇੱਥੇ ਅਹੰਕਾਰ ਤਾਂ ਇਹੋ ਜਿਹੇ ਕਈ ਆਏ ਤੇ ਕਈਆਂ ਨੇ ਚੱਲ ਜਾਣਾ। ਇੱਥੇ ਅਹੰਕਾਰ ਨਹੀਂ ਚੱਲਦਾ। ਗੁਰੂ ਘਰ ਦੇ ਵਿੱਚ ਤਾਂ ਨਿਮਰਤਾ ਲੈ ਕਰਕੇ ਆਉਣੀ ਚਾਹੀਦੀ ਹੈ, ਲੋਕ ਲਾਜ ਦਾ ਤਿਆਗ ਕਰਕੇ। ਦੇਖੋ ਕਿੰਨੀ ਵੱਡੀ ਗੱਲ ਹੈ ਕਿ ਸਾਰੇ ਨਗਰ ਦੇ ਮੁਖੀ ਹਨ, ਸਭ ਤੋਂ ਵੱਡੇ ਮਾਇਆ ਧਾਰੀ, ਜਿਨ੍ਹਾਂ ਦੇ ਅੱਗੇ ਪਿੱਛੇ ਕਈ ਨੌਕਰ ਕੰਮ ਕਰਦੇ। ਉਹ ਬਾਬਾ ਲੈਣਾ ਜੀ ਅੱਜ ਆਪਣੇ ਸਿਰ ਦੇ ਉੱਤੇ ਪਹਾੜ ਚੱਕ ਕਰਕੇ ਲੈ ਕੇ ਖਡੂਰ ਸਾਹਿਬ ਦੀਆਂ ਗਲੀਆਂ ਦੇ ਵਿੱਚੋਂ ਲੈ ਕਰਕੇ ਲੰਘ ਰਹੇ ਹਨ। ਕਰਮ ਕਰਤਾਹਾਂ ਪਹੁੰਚਿਓ ਜਾਈ। ਇਸ ਤਰ੍ਹਾਂ ਹੌਲੀ ਚੱਲ ਕਰਕੇ ਉੱਥੇ ਕਰਤਾਰਪੁਰ ਸਾਹਿਬ ਜਾ ਕਰਕੇ ਪਹੁੰਚ ਗਏ। ਸ੍ਰੀ ਨਾਨਕ ਜਹ ਭਉਨ ਸੁਹਾਈ। ਜਿੱਥੇ ਸ੍ਰੀ ਗੁਰੂ ਨਾਨਕ ਦੇਵ, ਜਦੋਂ ਬਾਬਾ ਲੈਣਾ ਜੀ ਉੱਥੇ ਪਹੁੰਚਦੇ, ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਨਗਰ ਦੇ ਬਾਰ-ਬਾਰ ਖੇਤੀ ਨੂੰ ਵੇਖਣ ਵਾਸਤੇ ਗਏ ਹੁਤੇ ਬੇਦੀ ਕੁਲਕੇਤਾ। ਬੇਦੀ ਕੁਲਕੇਤ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ ਹੋਏ ਸਨ। ਸਦਨ ਸੁਲਖਣੀ ਕੇ ਟਿਕ ਜਾਈ। ਤਾਂ ਫਿਰ ਸਦਨ ਦੇ ਵਿੱਚ, ਘਰ ਦੇ ਵਿੱਚ ਮਾਤ ਸੁਲਖਣੀ ਜੀ ਸਨ। ਬਾਬਾ ਲੈਣਾ ਜੀ ਉਹਨਾਂ ਦੇ ਕੋਲ ਚੱਲ ਗਏ। ਭਾਰ ਉਤਾਰਿਓ ਦੀਨ ਟਿਕਾਈ। ਤੇ ਭਾਰ ਜਿਹੜਾ ਧਰਿਆ ਹੋਇਆ ਸੀ ਨਾ, ਉਹਨੂੰ ਹੇਠ ਉਤਾਰਨਾ ਕੀਤਾ, ਟਿਕਾਉਣਾ ਕੀਤਾ ਇੱਕ ਪਾਸੇ। ਬੂਝਣ ਲਗਿਓ ਗੁਰੂ ਗੋਸਾਈ। ਤੇ ਹੱਥ ਜੋੜ ਕਰਕੇ ਮਾਤ ਜੀ ਨੂੰ ਬਚਨ ਕੀਤਾ, ਕਿਹਾ ਮਾਤ ਜੀ ਮੇਰੇ ਗੁਸਾਈ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਿੱਥੇ ਹਨ? ਕਿਤ ਦਿਸ਼ ਗਮਨੇ ਦੇਹੁ ਬਤਾਈ। ਆਪ ਜੀ ਦੱਸਣਾ ਕਰੋ ਉਹ ਕਿਸ ਪਾਸੇ ਨੂੰ ਗਏ ਹਨ? ਕਹੈ ਸੁਲਖਣੀ ਕੋ ਤੂੰ ਅਹਈ। ਤਾਂ ਅੱਗੋਂ ਮਾਤ ਸੁਲਖਣੀ ਜੀ ਨੇ ਬਚਨ ਕੀਤਾ, ਬੇਟਾ ਤੂੰ ਕੌਣ ਹੈ, ਤੇਰਾ ਨਾਮ ਕੀ ਹੈ? ਕਿਉਂ ਬੂਝਤ ਕਿਸ ਪੁਰ ਮਹਿ ਰਹੀ। ਤੂੰ ਨੇ ਕਿਉਂ ਪੁੱਛਣਾ ਕੀਤਾ ਮਹਾਰਾਜ ਜੀ ਦੇ ਬਾਬਤ? ਤੇ ਇਸ ਤੋਂ ਪਹਿਲੇ ਤਾਂ ਤੈਨੂੰ ਜ਼ਿਆਦਾ ਇੱਥੇ ਨਹੀਂ ਦੇਖਿਆ। ਕਿਹੜੇ ਨਗਰ ਤੋਂ ਤੁਸੀਂ ਚੱਲ ਕਰਕੇ ਆਏ ਹੋ? ਭਾਰ ਵਿਖੇ ਕਿਆ ਆਨਿਓ ਤੋ ਹੀ। ਨਾਲ ਪੁੱਛਿਆ ਕਿ ਆ ਜੋ ਪਹਾੜ ਚੱਕ ਕਰਕੇ ਆ ਪੰਡ ਜੇ ਤੁਸਾਂ ਨੇ ਲੈ ਕੇ ਆਉਣੀ ਕੀਤੀ, ਇਹਦੇ ਵਿੱਚ ਕੀ ਰੱਖਿਆ ਹੋਇਆ ਹੈ? ਦੇਹੁ ਬਤਾਏ ਕਾਜ ਜੋ ਹੋਹੀ। ਤੇ ਆਪ ਜੀ ਦੱਸਣਾ ਕਰੋ ਤੇ ਕੀ ਕੰਮ ਹੈ? ਮਹਾਰਾਜ ਜੀ ਨੂੰ ਕਿਉਂ ਮਿਲਣਾ ਚਾਹੁੰਦੇ ਹੋ? ਸੁਨ ਕੇ ਲਹਿਣੇ ਗਿਰਾ ਅਲਾਈ। ਸੁਣ ਕਰਕੇ ਬਾਬਾ ਲੈਣਾ ਜੀ ਨੇ ਮਾਤ ਜੀ ਦੇ ਤਾਂ ਹੀ ਬਚਨ ਕੀਤਾ। ਭਾਰ ਲਵਣ ਕੋ ਹੈ ਇਹ ਮਾਈ। ਕਹਿਣ ਲੱਗੇ ਮਾਤਾ ਜੀ ਇਹ ਲੂਣ ਦਾ ਭਾਰ ਹੈ, 1.25 ਮਣ ਲੂਣ ਜਿਹੜਾ ਉਹ ਮੈਂ ਲੈ ਕੇ ਆਉਣਾ ਕੀਤਾ। ਆਨਿਓ ਭੇਟ ਦੇਨ ਕੇ ਕਾਜੇ। ਮੈਂ ਭੇਟ ਅਰਪਣ ਕਰਨ ਵਾਸਤੇ, ਭਾਵ ਕੇ ਸਤਿਗੁਰੂ ਮਹਾਰਾਜ ਜੀ ਦੇ ਲੰਗਰ ਦੇ ਵਿੱਚ ਲੂਣ ਚੜਾਉਣ ਦੇ ਵਾਸਤੇ ਲੈ ਕੇ ਆਇਆ ਹਾਂ। ਕਰਹੂੰ ਗੁਰੂ ਗਰੀਬ ਨਿਵਾਜੇ। ਮੈਨੇ ਸਤਿਗੁਰੂ ਮਹਾਰਾਜ ਜੀ ਨੂੰ, ਗਰੀਬਾਂ ਨੂੰ ਜੋ ਨਿਵਾਜਣ ਵਾਲੇ ਹਨ, ਉਹਨਾਂ ਨੂੰ ਮੈਨੇ ਗੁਰੂ ਬਣਾਉਣਾ ਹੈ। ਰੱਖੋ ਇਹੋ ਨਿਕੇਤ ਕੇ ਮਾਹੀ। ਆਪ ਜੀ ਕਿਰਪਾ ਕਰੋ ਇਹ ਲੂਣ ਦੀ ਭੰਡ ਜਿਹੜੀ ਆ ਆਪਣੇ ਘਰ ਦੇ ਵਿੱਚ ਰੱਖ ਲੈਣਾ ਕਰੋ। ਤਿਨਹਿ ਬਤਾਓ ਜਾਉ ਪਾਹੀ। ਤੇ ਆਪ ਜੀ ਮੈਨੂੰ ਦੱਸਣਾ ਕਰੋ ਕਿੱਥੇ ਹਨ ਸਤਿਗੁਰੂ ਮਹਾਰਾਜ, ਮੈਂ ਉੱਥੇ ਜਾ ਕਰਕੇ ਉਹਨਾਂ ਨੂੰ ਮਿਲਣਾ ਕਰਾਂ। ਸੁਣ ਕੇ ਬਚਨ ਲਵਨ ਕੋ ਭਾਰਾ। ਸੁਣ ਕਰਕੇ ਬਚਨ ਤੇ ਲਾਉਣ ਦਾ, ਲੂਣ ਦਾ ਜਿਹੜਾ ਭਾਰ ਹੈ। ਰਖਵਾਇਓ ਨਿਜ ਸਦਨ ਮਝਾਰਾ। ਮਾਤ ਜੀ ਨੇ ਉਹ ਲੂਣ ਦਾ ਭਾਰ, ਪੰਡ ਜਿਹੜੀ ਹੈ ਜਿੱਥੇ ਲੰਗਰ ਪੱਕਦਾ ਨਾ ਰਸੋਈ ਖਾਨੇ ਦੇ ਵਿੱਚ, ਉੱਥੇ ਜਾ ਕਰਕੇ ਉਹਨੂੰ ਧਰਨਾ ਕੀਤਾ, ਰੱਖਣਾ ਕੀਤਾ। ਕਹਿਓ ਕਿਦਾਰ ਧਾਨ ਕੇ ਜਹਿਵਾ। ਤਾਂ ਫਿਰ ਮਾਤ ਜੀ ਨੇ ਕਿਹਾ ਕਿ ਬੇਟਾ ਜਿੱਥੇ ਧਾਨ ਦੀ ਖੇਤੀ ਹੁੰਦੀ ਹੈ, ਭਾਵ ਕਿ ਧਾਨ ਦੀ ਖੇਤੀ ਹੈ ਨਾ ਆਪਣੀ, ਧਾਨ ਦਾ ਮਤਲਬ ਜਿਹਨੂੰ ਆਪਾਂ ਚੌਲ ਬੋਲਦੇ ਆ। ਚੌਲ ਪਿਆਰਿਓ, ਚੌਲ ਜਦੋਂ ਤੁਖ ਦੇ ਨਾਲ ਹੋਵੇ ਤੇ ਉਹਨੂੰ ਧਾਨ ਬੋਲਿਆ ਜਾਂਦਾ। ਤੇ ਮਾਤ ਜੀ ਨੇ ਕਿਹਾ ਜਿੱਥੇ ਆਪਣੇ ਧਾਨ ਦੀ ਖੇਤੀ ਹੈ, ਕਰਵਾਵਹਿ ਕ੍ਰੇਤ ਬੈਠੇ ਤਹਿਵਾ। ਸਤਿਗੁਰੂ ਮਹਾਰਾਜ ਉੱਥੇ ਬੈਠ ਕਰਕੇ ਖੇਤੀ ਦਾ ਕੰਮ ਕਾਜ ਕਰਵਾ ਰਹੇ ਹਨ। ਤਬ ਗਮਨਿਓ ਜਿਤ ਦਿਸ਼ਾ ਬਤਾਏ। ਤਾਂ ਬਾਬਾ ਲੈਣਾ ਜੀ ਜਿਸ ਪਾਸੇ ਮਾਤ ਜੀ ਨੇ ਇਸ਼ਾਰਾ ਕਰ ਦਿੱਤਾ ਨਾ ਕਿ ਇਸ ਪਾਸੇ ਨੂੰ ਤੁਸੀਂ ਚੱਲ ਜਾਓ, ਇੰਨੇ ਫਰਲਾਂਗ ਦੇ ਉੱਤੇ ਤੁਹਾਨੂੰ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਹੋ ਜਾਣਗੇ।
ਤਾਂ ਬਾਬਾ ਲੈਣਾ ਜੀ ਉਸ ਪਾਸੇ ਨੂੰ ਗਮਨ ਕੀਤਾ। ਵੇਖਤ ਦੂਰ ਤੇ ਰਹੇ ਹੁਲਸਾਏ, ਚਲਦੇ ਚਲਦੇ ਜਦੋਂ ਦੂਰੋਂ ਪਿਆਰਿਓ ਵੇਖਿਆ ਸਤਿਗੁਰੂ ਮਹਾਰਾਜ ਆਪ ਖੇਤੀ ਦਾ ਕੰਮ ਕਰ ਰਹੇ ਹਨ ਤੇ ਕਰਵਾ ਰਹੇ ਹਨ। ਇਹੀ ਤਾਂ ਪਿਆਰਿਓ ਗੁਰੂ ਸਾਹਿਬ ਦੀ ਮਹਾਨਤਾ ਹੈ। ਕੀ ਪਿਆਰਿਓ ਆਪਾਂ ਵੇਖ ਸਕਦੇ ਹਾਂ ਕੀ ਘਾਟਾ ਸੀ ਸਤਿਗੁਰੂ ਮਹਾਰਾਜ ਜੀ ਨੂੰ। ਆਮ ਬੈਠੇ ਬਿਠਾਏ ਵੀ ਤਾਂ ਮਹਾਰਾਜ ਜੀ ਇਹ ਕੰਮ ਕਰਵਾ ਸਕਦੇ ਹਨ, ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਸਿੱਖਿਆ ਦੇਣੀ ਸੀ। ਲੇਕਿਨ ਜੇ ਮਹਾਰਾਜ ਜੀ ਪਿਆਰਿਓ ਇਹ ਕੰਮ ਨਹੀਂ ਕਰਦੇ ਤਾਂ ਆਮ ਜਿਹੜੇ ਕਈਆਂ ਨੇ ਕਹਿ ਦੇਣਾ ਲਓ ਜੀ ਮਹਾਰਾਜ ਜੀ ਨੇ ਕਿਹੜਾ ਕੰਮ ਕੀਤਾ ਤੇ ਆਪਾਂ ਵੀ ਕਿਉਂ ਕਰਨਾ। ਕਈ ਪਿਆਰਿਓ ਇਸ ਪਾਸੇ ਰੀਸ ਕਰਨ ਵਾਸਤੇ ਤਾਂ ਬਹੁਤ ਜ਼ਿਆਦਾ, ਭਾਵੇਂ ਜੋ ਮਰਜ਼ੀ ਹੋਵੇ ਤੇ ਨਿਰਮਲ ਸੁੱਚੀ ਕਿਰਤ ਕਰਨੀ ਚਾਹੀਦੀ ਹੈ। ਮਹਾਰਾਜ ਜੀ ਨੇ ਖਾਲਸੇ ਨੂੰ ਆਪਣੇ ਸਿੱਖਾਂ ਨੂੰ ਵੇਲੜ ਨਹੀਂ ਬਣਾਇਆ। ਇਹ ਨਹੀਂ ਕਿਹਾ ਕਿ ਵੇਲੇ ਬੈਠੋ ਮੰਗ ਕਰਕੇ ਖਾਓ, ਕੋਈ ਕੰਮ ਨਹੀਂ ਕਰਨਾ, ਆਪਣਾ ਕੰਮ ਹੀ ਨਹੀਂ ਹੈ ਇਹ। ਨਹੀਂ ਪਿਆਰਿਓ, ਇਹ ਤਾਂ ਸਭ ਤੋਂ ਪਹਿਲੇ ਕਿਹਾ ਕਿ ਕਿਰਤ ਕਰਨੀ ਚਾਹੀਦੀ ਹੈ। ਕਿਰਤ ਬਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ। ਇਹ ਵੀ ਨਹੀਂ ਕਿਹਾ ਜਿਸ ਤਰ੍ਹਾਂ ਆਪਾਂ ਡੇਰਿਆਂ ਦੇ ਵਿੱਚ ਵੀ ਰਹਿੰਦੇ ਆ, ਉੱਥੇ ਵੀ ਫਿਰ ਪਿਆਰਿਓ ਕਿਰਤ ਲਾ ਦਿੱਤੀ ਜਾਂਦੀ ਹੈ। ਤੇ ਜਿਹੜੇ ਡੇਰਿਆਂ ਦੇ ਵਿੱਚ ਰਹਿੰਦੇ ਜਦੋਂ ਉਹਨਾਂ ਨੂੰ ਸੇਵਾ ਲਾ ਦਿੱਤੀ ਜਾਂਦੀ ਕਿ ਭਾਈ ਇਹ ਇਹਦੀ ਸੇਵਾ ਹੈ, ਇਹ ਸਿਮਰਨ ਕਰਨਾ, ਜਾਪ ਕਰਨਾ, ਸੰਗਤਾਂ ਨੂੰ ਸਿਖਾਉਣ ਵਾਸਤੇ ਸਤਿਗੁਰੂ ਮਹਾਰਾਜ ਆਪ ਖੇਤੀ ਦੀ ਕਾਰ ਕਰ ਰਹੇ ਹਨ। ਪਰਮ ਪ੍ਰੇਮ ਕਰਕੇ ਤਤਕਾਲ, ਜਦੋਂ ਦੂਰੋਂ ਹੀ ਵੇਖਣਾ ਕੀਤਾ ਤੇ ਮਨ ਦੇ ਵਿੱਚ ਪਿਆਰਿਓ ਇੱਕਦਮ ਚਾਹ ਜਿਹੜਾ ਪੈਦਾ ਹੋ ਗਿਆ, ਮਨ ਦੇ ਵਿੱਚ ਹੁਲਾਰੇ ਚੜ ਗਏ, ਮਨ ਇੱਕਦਮ ਪੂਰੇ ਸਰੀਰ ਦੇ ਰੋਮ ਝਰਨ ਤੇ ਖੜ ਗਏ ਹਨ। ਮਨ ਦੇ ਵਿੱਚ ਬਹੁਤ ਜ਼ਿਆਦਾ ਪ੍ਰੇਮ ਆ ਗਿਆ। ਪਰਿਓ ਪਾਏ ਪੰਕਜ ਤਰ ਭਾਲਾ, ਭੱਜ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨੂੰ ਦੋਵੇਂ ਹੱਥ ਦੇ ਨਾਲ ਫੜ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮੱਥਾ ਰੱਖ ਦਿੱਤਾ ਹੈ। ਨਿਤ ਆਵਹਿ ਚਿਤ ਸ਼੍ਰੀ ਜਗਨਨਾਥਾ, ਅੱਗੇ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਕੀ ਵਰ ਦਿੱਤਾ ਜ਼ਿਆਦਾ ਕਰਕੇ ਤੇ ਮਹਾਰਾਜ ਜੀ ਜਦੋਂ ਵੀ ਇਹ ਬਚਨ ਵਰ ਦਿੰਦੇ ਨਾ ਤੇ ਕਰਤਾਰ ਚਿੱਤ ਆਵੇ। ਤੇ ਹੁਣ ਮਹਾਰਾਜ ਜੀ ਨੇ ਕਿਹਾ ਤੈਨੂੰ ਚਿੱਤ ਜਗਨਨਾਥਾ, ਕਰਤਾਰ ਬੋਲੋ ਜਾਂ ਜਗਨਨਾਥ ਬੋਲੋ ਜਾਂ ਵਾਹਿਗੁਰੂ ਬੋਲੋ ਜਾਂ ਸਤਨਾਮ ਬੋਲੋ। ਹੈ ਪਿਆਰਿਓ ਇਹ ਸਾਰੇ ਪਰਮਾਤਮਾ ਦੇ ਨਾਮ। ਕਈ ਵਾਰੀ ਕੋਈ ਮੁਸਲਮਾਨ ਵੀਰ ਆਵੇ ਤੇ ਮਹਾਰਾਜ ਉਹਨੂੰ ਆਸ਼ੀਰਵਾਦ ਇਹ ਨਹੀਂ ਕਹਿੰਦੇ ਕਿ ਤੈਨੂੰ ਰਾਮ ਚਿੱਤ ਆਵੇ, ਉਹਨੂੰ ਇਹੀ ਕਹਿੰਦੇ ਕਿ ਤੈਨੂੰ ਖੁਦਾ ਚਿੱਤ ਆਵੇ, ਕਿਉਂਕਿ ਜਾਤੀ ਕਰਕੇ ਉਹ ਮੁਸਲਮਾਨ ਹੈ। ਜਿਹਨੂੰ ਹਿੰਦੂ ਰਾਮ ਕਰਕੇ ਪੂਜਦਾ ਉਹਨੂੰ ਹੀ ਪਿਆਰਿਓ ਮੁਸਲਮਾਨ ਅੱਲਾ ਕਰਕੇ ਯਾਦ ਕਰਦੇ। ਸਿਰਫ ਨਾਮ ਦਾ ਫਰਕ ਹੈ। ਇਹ ਨਹੀਂ ਕਹਿੰਦੇ ਕਿ ਭਾਈ ਇਹ ਤੂੰ ਖੁਦਾ ਜਪਣਾ, ਰਹੀਮ ਜਪਣਾ, ਅੱਲਾ ਜਪਣਾ ਛੱਡ ਦੇ, ਰਾਮ ਦਾ ਨਾਮ ਲੈ। ਨਹੀਂ ਪਿਆਰਿਓ, ਜੋ ਜਿਸ ਮਤ ਦਾ ਹੁੰਦਾ ਮਹਾਰਾਜ ਉਹਨੂੰ ਉਹੀ ਵਾਰ ਦਿੰਦੇ। ਕਈ ਵਾਰੀ ਇਤਿਹਾਸ ਦੇ ਵਿੱਚ ਬਚਨ ਆਇਆ, ਕੋਈ ਮੁਸਲਮਾਨ ਵੀਰ ਆ ਕਰਕੇ ਮਹਾਰਾਜ ਜੀ ਦੇ ਚਰਨਾਂ ਦਾ ਪਹਰਾ ਬਣ ਜਾਂਦਾ ਤੇ ਮਹਾਰਾਜ ਉਹਨੂੰ ਬਚਨ ਕਰਦੇ ਤੈਨੂੰ ਖੁਦਾ ਚਿੱਤ ਆਵੇ, ਤੈਨੂੰ ਅੱਲਾਹ ਤਾਲਾ ਚਿੱਤ ਆਵੇ। ਇੱਥੇ ਮਹਾਰਾਜ ਜੀ ਨੇ ਬਚਨ ਕੀਤਾ, ਵਰ ਦਿੱਤਾ ਕਿ ਪੁਰਖਾ ਨਿਤ ਤੁਹਾਨੂੰ ਜਗਨਾਥ ਪਰਮਾਤਮਾ ਚਿੱਤ ਆਵੇ। ਅਸ ਕਹਿ ਧਰਿਓ ਸੀਸ ਪਰ ਹਾਥ, ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਹਸਤ ਕਮਲ ਮਾਥੇ ਪਰ ਧਰਿਆ, ਆਪਣਾ ਮੁਬਾਰਕ ਹਸਤ ਕਮਲ ਉਹਨਾਂ ਦੇ ਸੀਸ ਦੇ ਉੱਤੇ ਧਰ ਦਿੱਤਾ। ਕਿਰਪਾ ਦ੍ਰਿਸ਼ਟ ਕੋ ਤਹਿਛਿਨ ਦੇਖੀ, ਕਿਰਪਾ ਦ੍ਰਿਸ਼ਟੀ ਦੇ ਨਾਲ ਮਹਾਰਾਜ ਜੀ ਨੇ ਜਦੋਂ ਬਾਬਾ ਲੈਣਾ ਜੀ ਦੇ ਵੱਲ ਵੇਖਣਾ ਕੀਤਾ, ਸ਼ਰਧਾ ਉਪਜੀ ਹਿਰਦੈ ਵਿਸ਼ੇਖੀ, ਮਨ ਦੇ ਵਿੱਚ ਬਹੁਤ ਜ਼ਿਆਦੀ ਸ਼ਰਧਾ ਜਿਹੜੀ ਹੈ ਬਾਬਾ ਲੈਣਾ ਜੀ ਦੀ ਵੱਧ ਗਈ ਹੈ। ਆਪਣੋ ਤਨ ਮਨ ਜੋ ਸਰਬੰਸ਼ੇ, ਹੁਣ ਆਪਣਾ ਤਨ ਮਨ ਸਭ ਕੁਝ ਜਿਹੜਾ ਸਰਬੰਸ ਹੈ। ਅਰਪਿਓ ਤ੍ਰੇਹਣ ਕੁਲ ਅਵਤੰਸ਼ੇ, ਤ੍ਰੇਹਣ ਕੁਲ ਅਵਤੰਸ਼ ਭਾਵ ਕੇ ਬਾਬਾ ਲੈਣਾ ਜੀ ਨੇ ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਆਪਣਾ ਤਨ ਮਨ ਸਰਬੰਸ ਜਿਹੜਾ ਹੈ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟ ਕਰ ਦਿੱਤਾ। ਇਨਸੂ ਕਾਰਜ ਨਿਜ ਨਹਿ ਰਾਖਾ, ਹੁਣ ਇਹਦੇ ਨਾਲ ਆਪਣਾ ਨਿਜ ਕਾਰਜ ਕੋਈ ਨਹੀਂ ਰੱਖਣਾ ਕੀਤਾ। ਇਹੀ ਕਿਹਾ ਕਿ ਅੱਜ ਤੋਂ ਬਾਅਦ ਤਨ ਜਿਹੜਾ ਹੈ ਇਹ ਮਹਾਰਾਜ ਜੀ ਦਾ ਹੈ। ਇਹ ਜਨਮ ਤੁਮਾਰੇ ਲੇਖੇ, ਕਿ ਇਹ ਜਨਮ ਤੁਹਾਡੇ ਲੇਖੇ ਮੈਨੇ ਲਾ ਦਿੱਤਾ। ਬੇਸ਼ੱਕ ਇਹਦੇ ਨਾਲ ਜੇ ਮੈਨੇ ਕੰਮ ਕਰਨਾ ਇਹ ਆਪਣੀ ਖੁਦਗਰਜ਼ੀ ਦੇ ਨਾਲ ਨਹੀਂ, ਜਦੋਂ ਵੀ ਕੰਮ ਕਰਨਾ ਤੇ ਤੁਹਾਡੇ ਵਾਸਤੇ ਸਰੀਰ ਕਰਕੇ।
ਅੱਜ ਤੋਂ ਬਾਅਦ ਮੇਰਾ ਜੋ ਵੀ ਧਨ ਹੈ ਉਹ ਸਤਿਗੁਰੂ ਮਹਾਰਾਜ ਆਪ ਜੀ ਦੇ ਵਾਸਤੇ। ਤੇ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ, ਜਪਿਓ ਹਰ ਜੈਸੇ ਦੀਨ ਦਿਆਲ ਭਰੋਸੇ ਤੀਰੈ, ਸਭ ਪਰਿਵਾਰ ਚੜਾਇਆ ਬੇੜੇ। ਦੀਨ ਦਿਆਲ ਐ ਪ੍ਰਮਾਤਮਾ ਤੇਰੇ ਭਰੋਸੇ ਦੇ ਉੱਤੇ ਮੈਨੇ ਸਾਰਾ ਪਰਿਵਾਰ ਇਸ ਤੇਰੇ ਸਿੱਖੀ ਦੇ ਬੇੜੇ ਦੇ ਉੱਤੇ ਚਾੜ ਦਿੱਤਾ। ਆਪਣਾ ਸਰਬੰਸ ਜਿਹੜਾ ਹੈ ਅਰਪਣ ਕਰ ਦਿੱਤਾ ਮਹਾਰਾਜ ਜੀ ਦੇ ਚਰਨਾਂ ਵਿੱਚ। ਗੁਰੂ ਅੰਖਾ ਇੱਛਾ ਬਹੁਤ ਜ਼ਿਆਦੀ ਵੱਧ ਗਈ। ਕਾਮ ਨ ਕ੍ਰੋਧ ਹੰਕਾਰ ਨ ਧਰਹੀਂ। ਕਵੀ ਰਾਜੀ ਕਹਿੰਦੇ ਉਹ ਤੋਂ ਬਾਅਦ ਬਾਬਾ ਲੈਣਾ ਜੀ ਨੇ ਕਾਮ ਕ੍ਰੋਧ ਅਹੰਕਾਰ ਆਦਿਕ ਨਹੀਂ ਧਾਰਨਾ ਕੀਤਾ। ਆਪਣੇ ਮਨ ਹੈ ਤਉ ਕਿਛ ਕਰਹੀਂ। ਜੇ ਪਿਆਰਿਓ ਇਹ ਮਨ ਦੇ ਵਿਕਾਰ ਹਨ, ਜੇ ਮਨ ਨੂੰ ਆਪਣਾ ਮੰਨ ਲਿਆ ਤਾਂ ਪਿਆਰਿਓ ਇਹ ਵਿਕਾਰ ਫਿਰ ਬੰਦੇ ਨੂੰ ਲੱਗਦੇ। ਲੇਕਿਨ ਆਪਾਂ ਨੇ ਕਹਿ ਹੀ ਦਿੱਤਾ ਕਿ ਤਨ ਮਨ ਧਨ, ਜਦੋਂ ਮਨ ਵੀ ਅਰਪਣ ਕਰ ਦਿੱਤਾ ਸਤਿਗੁਰੂ ਮਹਾਰਾਜ ਜੀ ਨੂੰ ਤਾਂ ਫਿਰ ਇਹ ਵਿਕਾਰ ਥੋੜੀ ਪੈਦਾ ਹੋ ਸਕਦੇ ਹਨ। ਜਦੋਂ ਪੂਰੇ ਹੀ ਪਿਆਰਿਓ ਆਪਾਂ ਨੇ ਜਦੋਂ ਆਪਣਾ ਦਾਨ ਕਰ ਦਿੱਤਾ, ਕਈ ਵਾਰੀ ਇਹ ਅਵਸਥਾ ਜੋ ਹੈ ਨਾ ਪਿਆਰਿਓ ਬਹੁਤ ਜ਼ਿਆਦੀ ਕਠਿਨ ਹੈ। ਬਾਰੀ ਤੌਰ ਤੇ ਤਾਂ ਕਈ ਵਾਰੀ ਕਈਆਂ ਨੇ ਕੀਤਾ ਹੋਵੇਗਾ, ਲੇਕਿਨ ਅੰਦਰੋਂ ਆਪਣੇ ਤਨ ਦਾ, ਆਪਣੇ ਮਨ ਦਾ, ਆਪਣੇ ਧਨ ਦਾ ਤਿਆਗ ਕਰਨਾ ਬਹੁਤ ਜ਼ਿਆਦਾ ਕਠਿਨ ਹੈ। ਕਈ ਵਾਰੀ ਬਾਰੀ ਤੌਰ ਤੇ ਤਾਂ ਕਹਿ ਦਿੰਦੇ, ਲੇਕਿਨ ਤਨ ਕਰਕੇ ਫਿਰ ਦੂਜੇ ਕੰਮ ਵੀ ਬੜੇ ਕਰਦੇ ਹਨ। ਕਈ ਵਾਰੀ ਕਈ ਕਹਿ ਦਿੰਦੇ ਕਿ ਮਹਾਰਾਜ ਹੁਣ ਧਨ ਮੈਂ ਤਾਂ ਆਪਣਾ ਸਾਰਾ ਜੀਵਨ ਲਾ ਦਿੱਤਾ, ਦੀ ਲੋੜ ਹੀ ਨਹੀਂ ਹੈ। ਤੇ ਫਿਰ ਉਹ ਮਾਂ ਪਤਾ ਅੱਜ ਮੈਂ ਮਹਾਰਾਜ ਮੈਂ ਕੰਮ ਨਹੀਂ ਕਰ ਸਕਦਾ। ਇਹੀ ਤਾਂ ਪਿਆਰਿਓ ਸਿਆਣਿਆਂ ਦੀਆਂ ਨਿਸ਼ਾਨੀਆਂ ਹੁੰਦੀਆਂ। ਤੇ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ, ਬਹੁਤ ਸਾਰੇ ਸ਼ਬਦ ਜਿਹੜੇ ਹਨ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਉੱਤੇ ਢਾਲ ਕਰਕੇ, ਆਪਣੇ ਉੱਤੇ ਢੁਕਾ ਕਰਕੇ ਮਹਾਰਾਜ ਜੀ ਨੇ ਬਚਨ ਕੀਤਾ ਕਿ ਕਿਹਦੇ ਮਨ ਵਿੱਚ ਇਹ ਅਹੰਕਾਰ ਨਾ ਰਵੇ ਕਿ ਲਓ ਭਾਈ, ਜਦੋਂ ਮਹਾਰਾਜ ਜੀ ਨੇ ਆਪ ਨਿਮਰਤਾ ਦੇ ਵਿੱਚ ਇਹ ਕੰਮ ਕੀਤਾ ਤੇ ਕੌਣ ਸਕਦਾ ਕਿ ਨਹੀਂ ਜੀ ਮੈਂ ਇਸ ਤਰ੍ਹਾਂ ਨਹੀਂ ਕਰਨਾ। ਹੁਣ ਜਦੋਂ ਮਹਾਰਾਜ ਆਪ ਸੇਵਾ ਕਰਦੇ, ਆਪ ਕਿਰਤ ਕਰਦੇ, ਕਿਹੜਾ ਕੋਈ ਸਿੱਖ ਕਵੇ ਕਿ ਨਹੀਂ ਮਹਾਰਾਜ ਤੁਸੀਂ ਕਿਰਤ ਕਰੋ ਮੈਂ ਨਹੀਂ ਕਰਨਾ। ਫਿਰ ਤਾਂ ਉਹਨਾਂ ਸਿੱਖਾਂ ਦੇ ਮਨ ਵਿੱਚ ਵੀ ਚਾਅ ਪੈਦਾ ਹੋ ਜਾਂਦਾ। ਉਹਨਾਂ ਨੂੰ ਲੱਗਦਾ ਕਿ ਦੇਖੋ ਭਾਈ ਸਤਿਗੁਰੂ ਮਹਾਰਾਜ ਜਦੋਂ ਆਪ ਕਿਰਤ ਕਰਦੇ ਤਾਂ ਸਾਨੂੰ ਔਰ ਕਿੰਨੀ ਵੱਧ ਕਿਰਤ ਕਰਨੀ ਚਾਹੀਦੀ ਹੈ।
ਸਾਰੇ ਸੇਵਕ ਖੇਤੀ ਵਿੱਚ ਕੰਮ ਕਰ ਰਹੇ ਸਨ, ਕਿਰਤ ਕਰ ਰਹੇ ਸਨ। ਧਾਨ ਬਿਖੈ ਤੇ ਤ੍ਰਿਣਨ ਨਿਕਰਹੀ। ਤੇ ਧਾਨ ਦੀ ਜਦੋਂ ਬੁਆਈ ਹੁੰਦੀ ਨਾ ਪਿਆਰਿਓ, ਉਹਦੇ ਵਿੱਚੋਂ ਫਿਰ ਗੋਡੀ ਕੀਤੀ ਜਾਂਦੀ ਹੈ। ਉਹਨੂੰ ਕਈ ਵਾਰੀ ਆਪਾਂ ਗੋਡੀ ਬੋਲਦੇ ਆ, ਤੇ ਉਹਨੂੰ ਫਿਰ ਘਾਹ ਜਿਹੜਾ ਕਦੀਨ ਜਿਹੜਾ ਹੁੰਦਾ ਉਹਨੂੰ ਬਾਹਰ ਕੱਢਿਆ ਜਾਂਦਾ। ਕਿਉਂਕਿ ਜਦੋਂ ਆਪਾਂ ਖੇਤੀ ਕਰਦੇ ਆ ਕਿਸੇ ਵੀ ਤਰ੍ਹਾਂ ਦੀ, ਤੇ ਖੇਤੀ ਦੇ ਨਾਲ ਖੇਤੀ ਦਾ ਬੀਜ ਜੇ ਮੰਨ ਲਹਾਨ ਬੋਣਾ ਤਾਂ ਪਿਆਰਿਓ ਫਿਰ ਧਾਨ ਦੇ ਬੀਜ ਬੋਣੇ ਪੈਂਦੇ ਹਨ। ਲੇਕਿਨ ਵਾਧੂ ਫਸਲ ਜਿਹੜੀ ਆ ਫਾਲਤੂ ਦੇ ਜਿਹੜੇ ਘਾਹ ਬੂਟੇ ਉਹ ਤਾਂ ਖੁਦ ਬਾ ਖੁਦ ਆ ਜਾਂਦੇ। ਤੇ ਫਿਰ ਜਿਹੜੇ ਕਿਸਾਨ ਹੁੰਦੇ ਉਹਨਾਂ ਨੂੰ ਕੀ ਕਰਨਾ ਪੈਂਦਾ, ਉਹ ਉਹਦੇ ਵਿੱਚੋਂ ਜੋ ਨਦੀਨ ਜਿਹੜੀ ਹੈ ਉਹਨੂੰ ਪੁੱਟਦੇ ਹਨ, ਕੱਢਦੇ ਹਨ। ਇਸ ਤਰ੍ਹਾਂ ਸਾਰੀ ਸੰਗਤ ਮਿਲ ਕਰਕੇ ਤੇ ਜਿੱਥੇ ਧਾਨ ਦੀ ਖੇਤੀ ਹੋ ਰਹੀ ਸੀ ਤੇ ਖੇਤਾਂ ਦੇ ਵਿੱਚੋਂ ਨਦੀਨ ਚੁੱਕ ਰਹੇ ਸਨ, ਗੋਡੀ ਕਰ ਰਹੇ ਸਨ। ਤਿਨਹਿ ਬਿਲੋਕਤ ਬੋਲਿਓ ਬੈਨਾ। ਉਹਨਾਂ ਨੂੰ ਵੇਖ ਕਰਕੇ ਮਹਾਰਾਜ ਜੀ ਨੇ ਕਿਹਾ, ਇਕ ਰੰਭੀ ਮੁਝ ਦੇਹ ਗੁਣ ਐ ਨਾ। ਬਾਬਾ ਲੈਣਾ ਜੀ ਕਹਿੰਦੇ ਸਤਿਗੁਰੂ ਮਹਾਰਾਜ ਸਾਰੇ ਸੇਵਕ ਸਿੱਖ ਖੇਤੀ ਆਪਣਾ ਕੰਮ ਕਰ ਰਹੇ ਹਨ, ਕਿਰਤ ਕਰ ਰਹੇ ਹਨ, ਮੈਂ ਵੇਖੀ ਜਾਵਾਂ ਚੰਗਾ ਨਹੀਂ ਲੱਗਦਾ। ਆਪ ਵੀ ਮਹਾਰਾਜ ਕਿਰਤ ਕਰ ਰਹੇ, ਕਿਰਪਾ ਕਰੋ ਇੱਕ ਰੰਭੀ ਮੈਨੂੰ ਵੀ ਦੇ ਦਿਓ, ਮੈਂ ਵੀ ਸਤਿਗੁਰੂ ਮਹਾਰਾਜ ਗੋਡੀ ਕਰਨਾ ਕਰਾਂ ਖੇਤਾਂ ਦੀ। ਦਾਸਨ ਸਾਥ ਕਰੂੰ ਕ੍ਰਿਤ ਇਹੀ। ਇਹ ਆਪ ਜੀ ਦੇ ਸੇਵਕਾਂ ਦੇ ਨਾਲ ਮਿਲ ਕਰਕੇ ਇਹ ਮੈਂ ਕਿਰਤ ਕਰਨਾ ਕਰਾਂ। ਸਫਲੀ ਹਵੈ ਹੈ ਸਗਰੀ ਦੇਹੀ। ਇਹ ਜੇ ਮੈਂ ਕਿਰਤ ਕਰਾਂਗਾ ਨਿਰਮਲ ਕ੍ਰਿਤ ਤਾਂ ਮੇਰੀ ਦੇਹੀ ਜਿਹੜੀ ਹੈ ਸਫਲੀ ਹੋ ਜਾਵੇਗੀ। ਅਸ ਕਹਿ ਲਾਗਿਓ ਕਰਨ ਨਿੰਦਾਈ। ਇਸ ਤਰ੍ਹਾਂ ਕਹਿ ਕਰਕੇ ਖੇਤੀ ਵਿੱਚ ਗੋਡੀ ਨਦੀਨਾ ਕਰਨਾ ਇਹਨਾਂ ਸੇਵਕ ਸਤਿਗੁਰੂ ਮਹਾਰਾਜ ਜੀ ਦੇ ਨਾਲ ਮਿਲ ਕਰਕੇ ਖੇਤਾਂ ਦੀ ਗੋਡੀ ਕਰ ਰਹੇ ਸਨ। ਤੇ ਬਾਬਾ ਲੈਣਾ ਜੀ ਵੀ ਇੱਕ ਰੰਭੀ ਲੈ ਕਰਕੇ ਉਹਨਾਂ ਨੇ ਗੋਡੀ ਕਰਨੀ ਸ਼ੁਰੂ ਕਰ ਦਿੱਤੀ। ਇੱਕ ਘਟਕਾ ਲਗ ਕੀ ਨਿਕਾਰਾ। ਇੱਕ ਘੜੀ ਤੱਕ ਇਹ ਕੰਮ ਜਿਹੜਾ ਹੈ ਬਾਬਾ ਲੈਣਾ ਜੀ ਨੇ ਕੀਤਾ। ਪ੍ਰਭੂ ਬਿਲੋਕ ਕੇ ਬਚਨ ਉਚਾਰਾ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਾਬਾ ਜੀ ਨੂੰ ਵੇਖ ਕਰਕੇ ਬਚਨ ਕੀਤਾ, ਇਹ ਕ੍ਰਿਤ ਤੁਝ ਤੇ ਹੋਏ ਨਾ ਆਛੇ। ਸਤਿਗੁਰੂ ਜੀ ਕਹਿਣ ਲੱਗੇ, ਪੁਰਖਾ ਇਹ ਕਿਰਤ ਜਿਹੜੀ ਹੈ ਤੁਹਾਡੇ ਤੋਂ ਚੰਗੀ ਤਰ੍ਹਾਂ ਨਹੀਂ ਹੋ ਕੇ ਆਵੇਗੀ। ਧਾਨ ਉਖਾਰੇ ਪਿਖ ਨਿਜ ਪਾਛੇ। ਤਾਂ ਤੁਸੀਂ ਦੇਖੋ ਕੰਮ ਤਾਂ ਪੁੱਠਾ ਕਰ ਰਹੇ ਹੋ, ਤੇ ਫਾਲਤੂ ਦਾ ਜਿਹੜਾ ਹੈ ਘਾਹ ਪੱਠਾ ਜਿਹੜਾ ਉਹਨੂੰ ਪੁੱਟਣਾ ਚਾਹੀਦਾ, ਲੇਕਿਨ ਤੁਹਾਨੂੰ ਪਤਾ ਹੀ ਨਹੀਂ ਹੈ ਗੋਡੀ ਕਿਸ ਤਰ੍ਹਾਂ ਕਰਨੀ ਹੈ। ਫਾਲਤੂ ਦਾ ਘਾਹ ਜਿਹੜਾ ਉਹ ਤਾਂ ਉਂਝ ਹੀ ਰਹਿ ਗਿਆ। ਤੁਸਾਂ ਨੇ ਗਲਤੀ ਦੇ ਨਾਲ ਜੋ ਆਪਾਂ ਨੇ ਬੀਜ ਬੋਇਆ ਨਾ, ਭਾਵ ਕਿ ਜੋ ਧਾਨ ਦੇ ਜੋ ਬੂਟੇ ਹਨ ਤੁਸਾਂ ਨੇ ਉਹਨੂੰ ਪੁੱਟ ਦਿੱਤਾ। ਉੱਠ ਆਵੋ ਤੁਮ ਵਹਿਰ ਕਿਦਾਰਾ। ਉੱਠ ਕਰਕੇ ਆ ਜਾਓ, ਤੁਹਾਡੇ ਤੋਂ ਇਹ ਕੰਮ ਨਹੀਂ ਹੋਣਾ ਹੈ ਤੇ ਤੁਹਾਨੂੰ ਸਿੱਖਣਾ ਪੈਣਾ। ਇਹ ਕਹਿ ਕਰਕੇ ਮਹਾਰਾਜ ਜੀ ਨੇ ਬਾਰ-ਬਾਰ ਬੁਲਾ ਲਿਆ। ਅਪਰ ਬਤਾਵਹਿ ਕਰੀਏ ਕਾਰਾ। ਹੁਣ ਚਲੋ ਠੀਕ ਹੈ, ਇਹ ਕੰਮ ਨਹੀਂ ਹੋ ਸਕਦਾ, ਤੁਹਾਨੂੰ ਦੂਜਾ ਕੰਮ ਦੱਸਦੇ ਆ, ਉਹ ਸੇਵਾ ਤੁਸੀਂ ਕਰਨਾ ਕਰੋ। ਇਹ ਨਦੀਨ ਕੇ ਬੰਦ ਹੋ ਭਾਰਾ। ਆ ਨਦੀਨ ਜਿਹੜਾ ਨਾ ਇਹ ਪੁੱਟਿਆ ਹੋਇਆ ਘਾਹ ਪੱਠਾ ਜਿਹੜਾ ਹੈ ਉਹਨੂੰ ਫਿਰ ਚੰਗੀ ਤਰ੍ਹਾਂ ਘਾਹ ਦੇ ਨਾਲ ਵਲੇਟ ਕਰਕੇ ਇਹਨੂੰ ਬੰਨਣਾ ਕਰੋ, ਇਹਦੀਆਂ ਪੰਡਾਂ ਬਣਾ ਲਿਓ। ਲੈ ਜਾਵੋ ਹਿਤ ਪਸੁਨ ਅਗਾਰਾ। ਕਿਉਂ ਇਹ ਜਿਹੜਾ ਹੈ ਇਹ ਘਾਹ ਜਿਹੜਾ ਹੈ ਇਹਨੂੰ ਪਸ਼ੂਆਂ ਦਾ ਆਹਾਰ, ਉਹਨਾਂ ਦੇ ਚਾਰੇ ਵਾਸਤੇ ਇਹਨੂੰ ਘਰੇ ਲੈ ਕੇ ਜਾ। ਇਹ ਜਿਹੜਾ ਘਾਹ ਜਿਹੜਾ ਹੈ ਇਹਨਾਂ ਪੰਡਾ ਬਣਾ ਕਰਕੇ ਤੁਸੀਂ ਡੇਰੇ ਦੇ ਵਿੱਚ ਲੈ ਕੇ ਚੱਲੋ। ਇਹ ਕਾਰਜ ਇਹ ਕੰਮ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਨੇ ਬਾਬਾ ਲੈਣਾ ਜੀ ਨੂੰ ਲਾ ਦਿੱਤਾ। ਹੁਣ ਬਾਬਾ ਲੈਣਾ ਜੀ ਨੇ ਕਿਸ ਤਰ੍ਹਾਂ ਇਹ ਕਾਰਜ ਕਰਨਾ ਹੈ, ਮਹਾਰਾਜ ਜੀ ਨੇ ਜੋ ਸੇਵਾ ਤੇ ਲਾਇਆ ਉਹ ਸੇਵਾ ਨੂੰ ਕਿਸ ਤਰ੍ਹਾਂ ਨਿਭਾਉਂਦੇ ਹਨ, ਉਹ ਪਾਵਨ ਇਤਿਹਾਸ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਨੇ ਸਰਵਣ ਕਰਨਾ। ਹੁਣ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਵਿਚਾਰ ਕਰਦੇ ਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੂਤ ਹੈ ਪਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ। ਦੁਖ ਭੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕਾ। ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ ਹੈ ਪੀਹੋ ਅਨਹਾਰ। ਹੈ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ। हे ठाकुर हों दासुरो मैं निर्गुण गुण नहीं कोय।
ਨਾਨਕ ਦੀਜੈ ਨਾਮਦਾਨ ਰਾਖੋ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਸੋਜੀ ਪਿਆਰੇ ਗੋਬਿੰਦ ਸਿੰਘ ਜੀ। ਸੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫੀ ਬਖਸ਼ਣੀ ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿੰਨ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸੋ ਨਿਹਾਲ।